श्री वाहिगुरु साहिब जियो चरण पखारे बार सो सेवक हर खावे सिख संगत सब संग लै चुकै मह आवे। वाहिगुरु जी का खालसा वाहिगुरु जी की फतेह। चवर छत्र तख्त दे मालिक सतगुरु जुगो जुग अटल बाणी दे बोहित ब्रह्म ज्ञान दे सागर धन धन श्री गुरु ग्रंथ साहिब जी की पावन पवित्र चरण सरन विच सुभाईमान परम सत्कारयोग वडभागी गुरमुख सतसंगी जनों, वाहिगुरु जी की बख्शिश हुई है जो रात्रि दे दीवान च गुरु हजूरी विच बैठण दा सुभाग प्राप्त होया है। गुरु के कीर्तनिया पासों गुरबाणी का मनोहर कीर्तन आप जी ने श्रवण किया है। सतगुरु नानक साहिब जी के ये पावन वचन मानस जन्म दुलंब गुरमुख पाया मंतन होए चलंब जे सतगुरु पाया चले जन्म सवार वखर सच लै पत पाए दरबार सतगुर भाई पा। आप जी सूही राग दे ये पवित्र वचन श्रवण कर रहे थे। मनुखा जन्म बड़ा दुर्लभ है। दुर्लभ ਦਾ ਅਰਥ ਹੁੰਦਾ कि ਜਿਹੜਾ ਕਿਸੇ भी कीमत ਤੇ ना मिल सके। ये ਜਿਹੜੀ ਗੱਲ ਅਸੀਂ ਕਹਿੰਦੇ ਨਾ कि ਚੰਗੇ ਕਰਮ ਕਰੋ ਮੁੜ ਕੇ ਜ਼ਿੰਦਗੀ ਮਿਲ ਜਾਏਗੀ, ਬਿਲਕੁਲ ਆਕਾਰਤ ਹੈ। ਇਹ ਹੋਏ ਨਾ ਬਾਰੰਬਾਰ। ਮਨੁੱਖਾ ਜ਼ਿੰਦਗੀ ਇੱਕ ਵਾਰ ਮਿਲੀ ਹੈ, ਇਹ ਵਾਰ-ਵਾਰ ਨਹੀਂ ਮਿਲਣੀ। ਇਹ ਮਿਲੀ ਹੈ ਪ੍ਰਮਾਤਮਾ 'ਚ ਲਿਵਲੀਨ ਹੋਣ ਦੇ ਲਈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਗੁਰਬਾਣੀ ਕਹਿੰਦੀ ਇੱਕੋ ਮੌਕਾ ਹੈ, ਇੱਕੋ ਹੀ ਵਾਰੀ ਹੈ, ਇੱਕੋ ਹੀ ਟਾਈਮ ਹੈ। ਇਹਨੂੰ ਜੇ ਅਸੀਂ ਸੰਭਾਲ ਲਈਏ ਮਾਨਸ ਜਨਮ ਦੁਲੰਭ, ਇਹ ਦੁਰਲਭ ਹੈ ਪਰ ਇਸ ਜਨਮ ਦਾ ਲਾਹਾ ਗੁਰਮੁਖ ਪਾਇਆ। ਗੁਰੂ ਦੇ ਰਾਹੀਂ ਜਿਹੜੇ ਜੀਵਨ ਜਾ ਸਿੱਖ ਲੈਂਦੇ ਨੇ ਉਹਨਾਂ ਨੂੰ ਇਹ ਮਨੁੱਖਾ ਜ਼ਿੰਦਗੀ ਦਾ ਲਾਹਾ ਮਿਲ ਜਾਂਦਾ। ਜ਼ਿੰਦਗੀ ਤੇ ਸਾਰਿਆਂ ਨੂੰ ਮਿਲੀ ਹੈ, ਸਰੀਰ ਕਰਕੇ ਮਨੁੱਖ ਅਸੀਂ ਸਾਰੇ ਹਾਂ, ਪਰ ਜ਼ਰੂਰੀ ਨਹੀਂ ਕਿ ਸਰੀਰ ਦੇ ਅੰਦਰ ਮਨੁੱਖ ਹੀ ਬੈਠਾ ਹੋਏ। ਜੇ ਸਰੀਰ ਦੇ ਅੰਦਰ ਵੀ ਮਨੁੱਖ ਹੈ ਤੇ ਮਨੁੱਖ ਦੀ ਤੇ ਮਨੁੱਖ ਨਾਲ ਲੜਾਈ ਨਹੀਂ ਹੋਣੀ ਚਾਹੀਦੀ। ਮਨੁੱਖਤਾ ਦੇ ਮਨੁੱਖ ਦੇ ਨਾਲ ਕੋਈ ਵੈਰ ਨਹੀਂ ਹੋਣਾ ਚਾਹੀਦਾ। ਜੇ ਮਨੁੱਖ ਮਨੁੱਖ ਨਾਲ ਵੈਰ ਕਰ ਰਿਹਾ ਹੈ ਉਹਦਾ ਕਾਰਨ ਕਿ ਅੰਦਰ ਕਰਤੂਤ ਪਸ਼ੂ ਕੀ ਮਾਨਸ ਜਾਤ, ਅੰਦਰ ਉਹਦੇ ਪਸ਼ੂ ਬੈਠੇ ਹੋਏ ਨੇ। ਪਸ਼ੂ ਵੀ ਕਈ ਤਰ੍ਹਾਂ ਦੇ ਬੈਠੇ ਹੋਏ ਨੇ। ਇਸ ਕਰਕੇ ਜਦੋਂ ਅਸੀਂ ਗੁਰੂ ਦੀ ਮੱਤ ਤੇ ਚੱਲੇ ਚੱਲੇ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰੂ ਭਾਏ ਪੈ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੀ ਭਾਵ ਭਗਤੀ ਨੂੰ ਪ੍ਰਾਪਤ ਕਰ ਲਿਆ ਉਹ ਜ਼ਿੰਦਗੀ ਨੂੰ ਸਵਾਰ ਕੇ ਚੱਲਦੇ ਨੇ। ਵਾਹਿਗੁਰੂ ਜੀ ਨੇ ਜਿੱਥੇ ਇਹ ਮਹਾਨ ਧਰਤੀ ਬਣਾਈ ਹੈ, ਇਸ ਧਰਤੀ ਦੇ ਉੱਪਰ ਸਭ ਤੋਂ ਮਹਾਨ ਉੱਤਮ ਜੋਨੀ ਜਿਹੜੀ ਹੈ ਉਹ ਮਨੁੱਖ ਦੀ ਹੈ। ਇਸ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਗੁਰਬਾਣੀ ਦੀ ਦਾਤ ਬਖਸ਼ੀ ਹੈ, ਸਤ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਾਕੀ ਜੋ ਕੁਝ ਵੀ ਅਸੀਂ ਕਰਦੇ ਹਾਂ, ਬਹੁਤ ਲੋਕ ਕਰਦੇ ਗਏ, ਇਸ ਦੁਨੀਆ ਤੋਂ ਚਲੇ ਗਏ, ਪਰ ਉਹ ਜ਼ਿੰਦਗੀ ਸਫਲ ਬਣਾ ਕੇ ਨਾ ਗਏ। ਜ਼ਿੰਦਗੀ ਨੂੰ ਸਫਲ ਬਣਾਉਣ ਦਾ ਇੱਕੋ ਇੱਕ ਮਾਰਗ ਹੈ, ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ, ਉਹਦੇ ਰੰਗ ਵਿੱਚ ਜੁੜੀਏ। ਉਹਦੇ ਪਿਆਰ ਵਿੱਚ ਜੁੜਿਆ ਹੋਇਆ ਮਨੁੱਖ ਪਰਮਾਤਮਾ ਵਰਗਾ ਹੀ ਬਣ ਜਾਂਦਾ ਹੈ। ਉਹ ਪਰਮਾਤਮਾ ਬਣ ਕੇ ਧਰਤੀ 'ਤੇ ਵਿਚਰਦਾ ਹੈ। ਪਰਮਾਤਮਾ ਬਣਨਾ ਸਾਡੀ ਜ਼ਿੰਦਗੀ ਦਾ ਮਕਸਦ ਹੈ। ਗੁਰੂ ਸਾਹਿਬਾਨ ਜੀ ਇਸੇ ਮਨੋਰਥ ਲਈ ਧਰਤੀ 'ਤੇ ਆਏ ਕਿ ਇਹ ਮਨੁੱਖ ਗੁਰਮੁਖ ਪੰਥ ਦਾ ਧਾਰਨੀ ਬਣ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੇ। ਗੁਰਬਾਣੀ ਇਹ ਗੱਲ ਕਹਿੰਦੀ ਓੰ ਗੁਰਮੁਖ ਕੀਓ ਆਕਾਰ। ਉਸ ਪਰਮਾਤਮਾ ਨੇ ਇਹ ਜਿਹੜਾ ਆਕਾਰ ਬਣਾਇਆ ਹੈ ਨਾ, ਸ੍ਰਿਸ਼ਟੀ ਬਣਾਈ ਹੈ, ਗੁਰਮੁਖ ਕੀਓ ਆਕਾਰਾ। ਗੁਰਮੁਖ ਬਣਨ ਦੇ ਲਈ ਇਹ ਧਰਤੀ ਬਣਾਈ ਹੈ। ਗੁਰਮੁਖ ਬਣਨ ਦੇ ਲਈ ਇਹ ਧਰਮਸਾਲ ਹੈ ਜਿੱਥੇ ਅਸੀਂ ਧਰਮ ਕਮਾ ਸਕੀਏ, ਧਰਮ ਸਿੱਖ ਸਕੀਏ। ਇਸ ਕਰਕੇ ਅਸੀਂ ਗੁਰਮੁਖ ਬਣ ਸਕੀਏ। ਸਤਿਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਗੁਰਮੁਖ ਪੰਥ ਦੀ ਆਰੰਭਤਾ ਕੀਤੀ ਉਸ ਨੂੰ ਪ੍ਰਚਾਰਨ ਪ੍ਰਸਾਰਨ ਦੇ ਲਈ ਸਤਿਗੁਰੂ ਜੀ 10 ਸਰੀਰਾਂ 'ਚ ਵਿਚਰੇ, 10 ਜਾਮਿਆਂ 'ਚ ਵਿਚਰੇ। ਸਮੇਂ ਸਮੇਂ 'ਤੇ ਸਤਿਗੁਰੂ ਜੀ ਨੇ ਇਸ ਮਨੁੱਖੀ ਸਮਾਜ ਨੂੰ ਚਾਨਣ ਪ੍ਰਦਾਨ ਕਰਨ ਦੇ ਲਈ, ਰੌਸ਼ਨੀ ਪ੍ਰਦਾਨ ਕਰਨ ਦੇ ਲਈ, ਸੇਧ ਪ੍ਰਦਾਨ ਕਰਨ ਦੇ ਲਈ ਇਸ ਮਾਰਗ ਨੂੰ ਅਪਡੇਟ ਕੀਤਾ। ਨਵੇਂ ਤੋਂ ਨਵੇਂ ਪ੍ਰੋਗਰਾਮ ਦਿੱਤੇ। ਅਸੀਂ ਗਾਥਾ ਸਰਵਣ ਕਰ ਰਹੇ ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਵਨ ਇਤਿਹਾਸ ਦੀ। ਗੁਰੂ ਨਾਨਕ ਸਾਹਿਬ ਜੀ ਆਰੰਭ ਕਰਦੇ ਨੇ ਨਿਰਮਲ ਪੰਥ ਨੂੰ, ਉਸ ਨੂੰ ਅੱਗੇ ਤੋਰਦੇ ਨੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਔਰ ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬੈਠੇ ਨੇ। ਵਾਰਤਾ ਆਪ ਜੀ ਸਰਵਣ ਕਰ ਰਹੇ ਹੋ ਕਿ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਜੋਤੀ ਜੋ ਸਮਾ ਗਏ। ਗੁਰਤਾ ਗੱਦੀ ਦੀ ਵਡਿਆਈ ਸਾਹਿਬ ਗੁਰੂ ਅਮਰਦਾਸ ਜੀ ਨੂੰ ਬਖਸ਼ ਗਏ ਨੇ।
ਆਪ ਜੀ ਗੋਇੰਦਵਾਲ ਵਿੱਚ ਬੈਠ ਕੇ ਲੋਕਾਂ ਨੂੰ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਵਾਹਿਗੁਰੂ ਜੀ ਦੇ ਪਿਆਰ ਜੋੜ ਰਹੇ ਨੇ। ਬੇਅੰਤ ਸੰਗਤਾਂ ਦੂਰੋਂ ਤੋਂ ਚੱਲ ਕੇ ਆ ਰਹੀਆਂ ਨੇ। ਸਤਿਗੁਰੂ ਜੀ ਦਾ ਜਿਵੇਂ ਨਿਤ ਦਾ ਵਿਹਾਰ ਹੈ, ਜਿਹਨੂੰ ਆਪਾਂ ਕਹਿੰਦੇ ਕਿਰਿਆ ਕਰਮ ਹੈ, ਨਿਤਨੇਮ ਹੈ, ਉਹ ਸਾਰਾ ਭਾਈ ਸਾਹਿਬ ਜੀ ਵਰਣਨ ਕਰ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠਦੇ ਨੇ, ਵਾਹਿਗੁਰੂ ਜੀ ਦੇ ਪਿਆਰ ਜੁੜਦੇ ਨੇ, ਫਿਰ ਸਤਿਗੁਰੂ ਜਿਵੇਂ ਦਰਬਾਰ 'ਚ ਆਉਂਦੇ ਨੇ, ਦੀਵਾਨ ਸਜਦਾ ਹੈ, ਲੰਗਰ ਚੱਲਦੇ ਨੇ। ਇਹ ਵਾਰਤਾ ਚੱਲ ਰਹੀ ਹੈ ਜੀ। ਆਓ ਆਪਾਂ ਇਕਾਗਰਚਿਤ ਹੋ ਕੇ ਗੁਰੂ ਕੀ ਇਹ ਪਾਵਨ ਕਥਾ ਸਰਵਣ ਕਰੀਏ। ਉਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਕੀਰਤੀ ਕਰਦਿਆਂ ਭੱਟ ਕਹਿੰਦੇ ਨੇ ਕਿ ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਰੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਨਹਿ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੇ। ਇਹ ਬੱਦਲ ਦੀਆਂ ਬੂੰਦਾਂ ਹੁੰਦੀਆਂ ਨੇ, ਇਹਨਾਂ ਦੀ ਕੌਣ ਗਿਣਤੀ ਕਰ ਸਕਦਾ ਹੈ। ਇਸੇ ਤਰੀਕੇ ਦੇ ਨਾਲ ਗੰਗਾ ਦੀਆਂ ਜਾਂ ਸਮੁੰਦਰ ਦੀਆਂ ਲਹਿਰਾਂ ਨੂੰ ਕੌਣ ਗਿਣ ਸਕਦਾ ਹੈ। ਆਕਾਸ਼ ਦੇ ਤਾਰਿਆਂ ਨੂੰ ਕੌਣ ਗਿਣ ਸਕਦਾ ਹੈ। ਬਨਸਪਤੀ ਵਿੱਚ ਕਿੰਨੇ ਕੁ ਫੁੱਲ ਖਿੜੇ ਨੇ, ਇਹਨੂੰ ਕੌਣ ਗਿਣ ਸਕਦਾ ਹੈ। ਕਵੀ ਜੀ ਕਹਿੰਦੇ ਕਿ ਕੋਈ ਮਨੁੱਖ ਅਕੱਟ ਸਮਾਧੀ ਲਾ ਕੇ, ਰੁਦਰ ਧਿਆਨ ਗਿਆਨ ਸਤਿਗੁਰ ਕੇ। ਰੁਦਰ ਦਾ ਅਰਥ ਹੈ ਇੱਥੇ ਸ਼ਿਵ ਜੀ ਦੀ ਸਮਾਧੀ, ਕਹਿੰਦੇ ਬੜੀ ਅਕੱਟ ਹੈ, ਬੜੀ ਤਗੜੀ ਹੈ। ਕੋਈ ਉਹੋ ਜੀ ਸਮਾਧੀ ਲਾ ਕੇ ਇਹਨਾਂ ਨੂੰ ਗਿਣ ਲਏ ਤੇ ਭਾਵੇਂ ਗਿਣ ਲਏ, ਇਹ ਮੁਮਕਿਨ ਨਹੀਂ ਹੈ, ਪਰ ਮੰਨ ਲਓ ਕੋਈ ਕਰ ਲਏ। ਪਰ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੇ ਗੁਣ ਨਹੀਂ ਗਿਣੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਬਿਆਨ ਕੀਤੀ ਜਾ ਸਕਦੀ। ਉਹ ਸਤਿਗੁਰੂ ਜੀ ਦੀ ਕੀਰਤੀ ਕਰਦੇ ਹਾਂ ਜੋ ਬਚਨ ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਅੰਕਿਤ ਕੀਤੇ ਨੇ। ਆਓ ਆਪਾਂ ਮਿਲ ਕੇ ਸਰਵਣ ਕਰੀਏ, ਗੁਰੂ ਪਿਆਰ 'ਚ ਜੁੜਦੇ ਹਾਂ। ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਚਰਨ ਪਖਾਰੇ ਬਾਰ, ਸੋ ਸੇਵਕ ਹਰ ਖਾਵੇ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠਦੇ ਨੇ, ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਤੋਂ ਬਾਅਦ ਦੀਵਾਨ ਸਥਾਨ 'ਤੇ ਆਉਂਦੇ ਨੇ। ਰਬਾਬੀ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ, ਸੰਗਤ ਜੁੜਦੀ ਹੈ, ਬਾਹਰੋਂ ਆਈਆਂ ਸੰਗਤਾਂ ਨਾਲ ਮੇਲ ਮਿਲਾਪ ਹੁੰਦਾ ਹੈ। ਫਿਰ ਇਹਨੇ ਕਿ ਚਿਰ ਨੂੰ ਰਸੋਈਆ ਲਾਂਗਰੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਆ ਕੇ ਬੇਨਤੀ ਕਰਦੇ ਕਿ ਮਹਾਰਾਜ ਲੰਗਰ ਪਾਣੀ ਤਿਆਰ ਹੈ, ਆਪ ਜੀ ਸੰਗਤਾਂ ਸਮੇਤ ਛਕੋ। ਸਤਿਗੁਰੂ ਜੀ ਜਿਵੇਂ ਉੱਠਦੇ ਨੇ ਉੱਥੇ ਲੰਗਰ 'ਚ ਜਾਂਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਪੈਰ ਧੋ ਕੇ ਹੱਥ ਧੋ ਕੇ ਆਪ ਜੀ ਜਦੋਂ ਤੁਰਦੇ ਹਨ, ਸਿੱਖ ਸੰਗਤ ਸਭ ਸੰਗ ਲੈ, ਚੌਕੇ ਮਹਿ ਆਵੇ। ਚੌਂਕੇ ਮਹਿ ਆਵੇ, ਚੌਂਕਾ ਜਿੱਥੇ ਬੈਠ ਕੇ ਅਸੀਂ ਭੋਜਨ ਪਾਣੀ ਛਕਦੇ ਹਾਂ, ਲੰਗਰ ਸਥਾਨ ਕਹਿ ਲਈਏ। ਸਮੁੱਚੀ ਸਿੱਖ ਸੰਗਤ ਨੂੰ ਨਾਲ ਲੈ ਕੇ ਗਰੀਬ ਨਿਵਾਸ ਸਤਿਗੁਰੂ ਜੀ ਲੰਗਰ ਸਥਾਨ ਤੇ ਆ ਜਾਂਦੇ ਹਨ। ਆਸਰਮ ਵਰਨ ਵਿਚਾਰ ਨਹਿ, ਇੱਕ ਪੰਕਤ ਬੈਸੇ। ਅੱਜ ਇਹ ਗੱਲਾਂ ਸਾਨੂੰ ਕੋ ਬਹੁਤ ਵੱਡੀਆਂ ਨਹੀਂ ਲੱਗਦੀਆਂ, ਜਿਵੇਂ ਲੰਗਰ 'ਚ ਅਸੀਂ ਬੈਠ ਜਾਂਦੇ ਹਾਂ ਸਾਰੇ ਮਿਲ ਕੇ, ਜਾਂ ਗੁਰੂ ਕੀ ਸੰਗਤ ਵਿੱਚ ਅਸੀਂ ਸਾਰੇ ਮਿਲ ਕੇ ਬੈਠਦੇ ਹਾਂ। ਕੋਈ ਆ ਜਾਏ, ਗਰੀਬ ਆ ਜਾਏ, ਅਮੀਰ ਆ ਜਾਏ, ਕੋਈ ਕਿਸੇ ਵੀ ਜਾਤ ਵਰਨ ਜਾਂ ਕਿਸੇ ਵੀ ਧਰਮ ਦਾ, ਕਿਸੇ ਵੀ ਇਲਾਕੇ ਦਾ ਆ ਜਾਏ, ਸਾਰੇ ਮਿਲ ਕੇ ਬੈਠਦੇ ਨੇ। ਇੱਕ ਬੜੀ ਕ੍ਰਾਂਤੀਕਾਰੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ। ਗੁਰਮਤਿ ਦਾ ਜਿਸ ਖਿੱਤੇ 'ਚ ਪ੍ਰਕਾਸ਼ ਹੁੰਦਾ ਹੈ, ਆਪਾਂ ਕਹਿੰਦੇ ਕਿ ਭਾਰਤ ਭੂਮੀ ਇਹ ਉਹ ਮੁਲਕ ਹੈ ਜਿੱਥੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਿਆ ਹੋਇਆ ਸੀ, ਜਿੱਥੇ ਵਰਣ ਵੰਡ ਦੇ ਨਾਂ 'ਤੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਦਰਾਰਾਂ ਖੜੀਆਂ ਕੀਤੀਆਂ ਹੋਈਆਂ ਸਨ। ਕੋਈ ਬ੍ਰਾਹਮਣ ਹੈ, ਕੋਈ ਖੱਤਰੀ ਹੈ, ਕੋਈ ਸੂਦਰ ਹੈ, ਕੋਈ ਵੈਸ ਹੈ। ਹੈਰਾਨੀ ਦੀ ਗੱਲ ਹੈ, ਧਰਮ ਦਾ ਅਰਥ ਪਿਆਰ ਹੈ, ਧਰਮ ਦਾ ਅਰਥ ਜ਼ਿੰਦਗੀ ਦਾ ਫਰਜ਼ ਹੈ। ਲੇਕਿਨ ਧਰਮ ਦੇ ਨਾਂ 'ਤੇ ਲੋਕਾਂ ਦੇ ਵਿੱਚ ਦਰਾਰਾਂ, ਕਿ ਜੇ ਤੂੰ ਸਾਡੇ ਪਿੰਡ ਦੇ ਖੂਹ 'ਤੇ ਆ ਗਿਆ ਤੇ ਖੂਹ ਹੀ ਪਿੱਟਿਆ ਜਾਏਗਾ, ਜੇ ਤੂੰ ਧਰਮਸਾਲ 'ਚ ਆ ਗਿਆ ਤੇ ਧਰਮਸਾਲ ਹੀ ਪਿੱਟੀ ਜਾਏਗੀ, ਧਰਮ ਸਥਾਨ ਪਿੱਟਿਆ ਜਾਏਗਾ। ਪਤਾ ਨਹੀਂ ਉਹ ਧਰਮ ਹੀ ਕਿਹੋ ਜਿਹਾ ਜਿਹੜਾ ਪਿੱਟਿਆ ਜਾਂਦਾ ਰੱਬ ਦੇ ਬੰਦਿਆਂ ਦੇ ਨਾਲ। ਧਰਮ ਨੇ ਤੇ ਲੋਕਾਂ ਦੀ ਇਸ ਝੂਠ ਨੂੰ ਦੂਰ ਕਰਨਾ ਸੀ, ਲੇਕਿਨ ਉਹ ਧਰਮ ਨੂੰ ਹੀ ਇਹਨਾਂ ਨੇ ਪਿੱਟਣ ਦਾ ਕਾਰਨ ਸਮਝ ਲਿਆ। ਔਰ ਬਾਹਰੋਂ ਆਏ ਹੋਏ ਜਿਹੜੇ ਮੁਗਲ ਸ਼ਾਸਕ ਸਨ ਜਾਂ ਪਠਾਨ ਸਨ, ਉਹਨਾਂ ਨੇ ਤੇ ਜੋ ਇੱਥੋਂ ਦੇ ਲੋਕਾਂ ਨਾਲ ਲੁੱਟ ਖਸੁੱਟ ਕੀਤੀ, ਉਹ ਇੱਕ ਵੱਖਰਾ ਸਬਜੈਕਟ ਹੈ, ਉਹ ਬਾਹਰੋਂ ਆਏ ਸਨ। ਲੇਕਿਨ ਇੱਥੇ ਦੇ ਲੋਕਾਂ ਨੇ ਧਰਮ ਦੇ ਨਾਂ 'ਤੇ ਜੋ ਲੋਕਾਂ 'ਤੇ ਜ਼ੁਲਮ ਕੀਤੇ, ਉਹ ਉਹਨਾਂ ਨਾਲੋਂ ਜ਼ਿਆਦਾ ਨੇ। ਜਿੰਨਾ ਨੁਕਸਾਨ ਧਰਮ ਦੇ ਨਾਂ 'ਤੇ ਇੱਥੋਂ ਦੇ ਲੋਕਾਂ ਨੇ ਮਨੁੱਖੀ ਸਮਾਜ ਦਾ ਆਪਣੇ ਮੁਲਕ ਅੰਦਰ ਕੀਤਾ ਹੈ, ਉਹ ਬਾਹਰਲੇ ਹਮਲਾਵਰਾਂ ਨਾਲੋਂ ਕਿਤੇ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਔਰ ਬਹੁਤ ਜ਼ੁਲਮ ਇੱਥੋਂ ਦੇ ਲੋਕਾਂ ਨੂੰ ਸਹਿਣੇ ਪਏ। ਇੱਕ ਬਾਹਰਲੇ ਲੋਕਾਂ ਦੇ ਹਮਲਿਆਂ ਦੇ ਜ਼ੁਲਮ, ਇੱਕ ਜਿਹੜੇ ਉੱਚ ਵਰਗ ਦੇ ਲੋਕ ਸਨ ਉਹਨਾਂ ਦੇ, ਤੇ ਇੱਕ ਜਿਹੜੇ ਕਰਮਕਾਂਡ ਧਰਮ ਦੇ ਨਾਂ 'ਤੇ ਚਲਾਏ ਹੋਏ ਸਨ,
ਉਹਨਾਂ ਦੇ ਨਾਂ ਤੇ ਵੀ ਬੜੇ ਜ਼ੁਲਮ ਕੀਤੇ ਜਾਂਦੇ ਸਨ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚੌਂ ਵਰਣਾਂ ਨੂੰ ਇੱਕ ਸਾਂਝਾ ਉਪਦੇਸ਼ ਦਿੱਤਾ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਸਤਿਗੁਰੂ ਜੀ ਨੇ ਮਨੁੱਖੀ ਬਰਾਬਰਤਾ ਦੀ ਗੱਲ ਸ਼ੁਰੂ ਕੀਤੀ, ਸਮਾਨਤਾ ਦੀ ਗੱਲ ਸ਼ੁਰੂ ਕੀਤੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਅੰਦਰ ਗੱਜ ਕੇ ਇਹ ਗੱਲ ਕਹੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਆ ਤਾਂ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ ਦੇ ਅਖੌਤੀ ਉੱਚ ਵਰਗ ਦੇ ਲੋਕਾਂ ਨੇ ਕਿਹਾ ਸੀ ਇਹ ਦਲਿਤ ਨੇ, ਇਹ ਸ਼ੂਦਰ ਨੇ, ਸਤਿਗੁਰੂ ਜੀ ਨੇ ਕਿਹਾ ਤੇ ਮੇਰੇ ਭਰਾ ਨੇ, ਇਹ ਮੇਰੇ ਭਾਈ ਨੇ। ਭਾਈ ਮਰਦਾਨਾ, ਭਾਈ ਮਰਦਾਨਾ ਦਾ ਅਰਥ ਇਹ ਮੇਰਾ ਭਰਾ ਹੈ। ਭਾਈ ਲਫ਼ਜ਼ ਬੜਾ ਪਵਿੱਤਰ ਹੈ, ਬੜਾ ਸਤਿਕਾਰਯੋਗ ਹੈ। ਗੁਰਬਾਣੀ ਕਹਿੰਦੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਅਸੀਂ ਭਾਈ ਲਫ਼ਜ਼ ਲਗਾ ਕੇ ਨਾ ਬਹੁਤੇ ਖੁਸ਼ ਨਹੀਂ ਹੁੰਦੇ ਆਪਣੇ ਨਾਲ। ਜੇ ਕਿਸੇ ਨੂੰ ਕਹਿ ਦਈਏ ਭਾਈ ਫਲਾਣਾ ਸਿੰਘ, ਕਹਿੰਦੇ ਤੂੰ ਮੈਨੂੰ ਸਰਦਾਰ ਕਿਉਂ ਨਹੀਂ ਗਿਆ? ਠੀਕ ਹੈ ਸਰਦਾਰ ਆਪਾਂ, ਪਰ ਭਾਈ ਆਪਾਂ ਪਹਿਲਾਂ ਹਾਂ। ਭਾਈ ਦਾ ਅਰਥ ਹੈ ਭਰਾ, ਅਸੀਂ ਭਰਾ ਭਰਾ ਹਾਂ। ਗੁਰਮਤਿ ਨੇ ਸਾਨੂੰ ਬੜਾ ਪਿਆਰਾ ਲਫ਼ਜ਼ ਦਿੱਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਹੋਈ ਮਾਣ ਮਰਜ਼ਾਦਾ ਨੂੰ ਹੋਰ ਪੱਕੀਆਂ ਕੀਤਾ। ਲੰਗਰ ਦੇ ਵਿੱਚ ਸਾਰੇ ਇਕੱਠੇ ਬੈਠਣਗੇ। ਗੁਰੂ ਨਾਨਕ ਸਾਹਿਬ ਜੀ ਵੇਲੇ ਵੀ ਬਹਿੰਦੇ ਸਨ, ਸੰਗਤ ਪੰਗਤ ਸਾਂਝੀ ਸੀ ਉਦੋਂ ਵੀ, ਪਰ ਗੁਰੂ ਅਮਰਦਾਸ ਜੀ ਨੇ ਤੇ ਉਚੇਚੇ ਤੌਰ ਤੇ ਇੱਕ ਬੋਰਡ ਲਗਾ ਦਿੱਤਾ ਕਿ ਜਿੰਨੇ ਇੱਥੇ ਆਉਣਾ ਉਹ ਪਹਿਲੇ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ ਵਿੱਚ ਬੈਠੋ, ਉਹ ਭਾਵੇਂ ਰਾਜਾ ਵੀ ਕਿਉਂ ਨਾ ਜਾਏ, ਉਹਨੂੰ ਪੰਗਤ ਵਿੱਚ ਬੈਠ ਕੇ ਪਹਿਲਾਂ ਭੋਜਨ ਛਕਣਾ ਪਏਗਾ, ਉਦੋਂ ਬਾਅਦ ਉਹਨੂੰ ਗੁਰੂ ਕੀ ਸੰਗਤ ਦੇ ਗੁਰੂ ਕੇ ਦੀਦਾਰ ਹੋਣਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਵੈਰ ਵਿਤਕਰੇ ਤੋਂ ਵਰਣ ਵੰਡ ਤੋਂ ਇਕੱਠੀਆਂ ਬੈਠਦੇ ਹਨ। ਸੁੰਦਰ ਬਿਸਦ ਮਰਾਲ ਸਭ ਇੱਕ ਸਮ ਹਵੇ ਜੈਸੇ। ਬਹੁਤ ਸੁੰਦਰ ਠੇਠਾਂ ਫਰਸ਼ ਵਿਛਾਇਆ ਹੋਇਆ ਹੈ ਔਰ ਉਹਦੇ ਉੱਪਰ ਸਾਰੇ ਆ ਕੇ ਬੈਠਦੇ ਨੇ। ਬਰਾਬਰ ਹੈ ਸਾਰਿਆਂ ਲਈ, ਇਹ ਨਹੀਂ ਕਿ ਗੁਰੂ ਸਾਹਿਬ ਲਈ ਕੋ ਵੱਖਰ ਹੈ ਦੂਜਿਆਂ ਲਈ ਨਹੀਂ ਹੈ, ਸਾਰਿਆਂ ਲਈ ਬਰਾਬਰ ਇੱਕੋ ਜੀ ਹੇਠਾਂ ਬੈਠਣ ਲਈ ਜਗ੍ਹਾ ਬਣਾਈ ਹੋਈ ਹੈ। ਦੇਖੋ ਬਾਹਰੋਂ ਜਿਹੜੇ ਲੋਕ ਆਏ ਸਨ, ਇਸਲਾਮ ਮਤ ਦਾ ਆਪਣੇ ਮੁਲਕ ਦੇ ਅੰਦਰ ਜਲਦੀ ਪ੍ਰਚਾਰੇ ਜਾਣ ਦਾ ਮੇਨ ਕਾਰਨ ਇਹ ਸੀ ਕਿ ਉੱਚ ਵਰਗ ਦੇ ਲੋਕਾਂ ਨੇ ਕਿਰਤੀ ਲੋਕਾਂ ਤੇ ਜ਼ੁਲਮ ਬੜੇ ਕੀਤੇ ਸਨ, ਉਹਨਾਂ ਨੂੰ ਨਫ਼ਰਤ ਬੜੀ ਕੀਤੀ ਸੀ। ਹਰ ਬੰਦਾ ਜ਼ਿੰਦਗੀ 'ਚ ਸਤਿਕਾਰ ਚਾਹੁੰਦਾ ਹੈ, ਮਾਣ ਚਾਹੁੰਦਾ ਹੈ, ਰਿਸਪੈਕਟ ਚਾਹੁੰਦਾ ਹੈ, ਲੇਕਿਨ ਜਿਨ੍ਹਾਂ ਲੋਕਾਂ ਦਾ ਨਿਰਾਦਰ ਕੀਤਾ, ਜਿਨ੍ਹਾਂ ਨੂੰ ਧੱਕੇ ਮਾਰ ਕੇ ਮੰਦਿਰਾਂ 'ਚੋਂ ਬਾਹਰ ਕੱਢਿਆ ਜਾਂਦਾ ਸੀ, ਜਿਨ੍ਹਾਂ ਨੂੰ ਧੱਕੇ ਮਾਰ ਕੇ ਧਰਮ ਸਥਾਨਾਂ ਤੋਂ ਬਾਹਰ ਕੱਢਿਆ ਜਾਂਦਾ ਸੀ, ਉਹ ਲੋਕੀ ਧੜਾ ਧੜ ਇਸਲਾਮ ਚਲੇ ਗਏ। ਇਸਲਾਮ ਦੇ ਵਿੱਚ ਵੀ ਜਾ ਕੇ ਇੱਕ ਵਿਤਕਰਾ ਰਹਿ ਗਿਆ। ਉੱਥੇ ਵੀ ਆਪਾਂ ਦੇਖਦੇ ਹਾਂ ਸ਼ੀਆ ਸੁੰਨੀ ਦਾ ਵਿਤਕਰਾ, ਕਈ ਹੋਰ ਤਰ੍ਹਾਂ ਦੇ ਵਿਤਕਰੇ ਨੇ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪਿਆਰ ਦਿੱਤਾ ਲੋਕਾਂ ਨੂੰ, ਲੋਕੀ ਧੜਾ ਧੜ ਸਿੱਖੀ ਨਾਲ ਜੁੜਨੇ ਸ਼ੁਰੂ ਹੋ ਗਏ। ਅੱਜ ਜਿਸ ਦੌਰ 'ਚ ਅਸੀਂ ਗੁਜ਼ਰੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸੁਨਹਿਰੀ ਸਿਧਾਂਤ ਵੱਲੋਂ ਬੜੇ ਕੋਰੇ ਹੋ ਗਏ। ਪਿੰਡਾਂ ਦੇ ਵਿੱਚ ਧੜਾ ਧੜ ਮਨਮਤ ਦੇ ਅੱਡਿਆਂ ਦਾ ਪ੍ਰਚਾਰੇ ਜਾਣ ਦਾ ਕਾਰਨ ਇਹ ਨਹੀਂ ਹੈ ਕਿ ਉਹ ਲੋਕ ਬੜੇ ਮਹਾਨ ਨੇ ਜਾਂ ਉਹਨਾਂ ਕੋਲ ਬਹੁਤ ਕੁਝ ਹੈ। ਉਹਨਾਂ ਕੋਲ ਬਹੁਤ ਕੁਝ ਨਹੀਂ ਹੈ, ਜੋ ਕੁਝ ਸਾਡੇ ਕੋਲ ਹੈ, ਲੇਕਿਨ ਸਾਡੇ 'ਚ ਕਮੀ ਆ ਗਈ। ਅਸੀਂ ਜੱਟ ਹਾਂ, ਇਹ ਮਜ਼੍ਹਬੀ ਨੇ, ਇਹ ਰਵਿਦਾਸੀਏ ਨੇ, ਅਸੀਂ ਤੇ ਗੁਰਦੁਆਰੇ ਵੱਖਰੇ ਬਣਾ ਲਏ। ਗੁਰਦੁਆਰੇ ਛੱਡੋ, ਮੜੀਆਂ ਵੱਖਰੀਆਂ ਬਣ ਗਈਆਂ ਪਿੰਡਾਂ ਦੇ ਵਿੱਚ। ਉਹਨਾਂ ਭਾਈਚਾਰੇ ਲਈ, ਕਿਰਤੀ ਲੋਕਾਂ ਦੇ ਲਈ, ਜਿਨ੍ਹਾਂ ਤੋਂ ਬਿਨਾਂ ਸਾਡਾ ਕੰਮਕਾਰ ਹੀ ਕੋਈ ਨਹੀਂ ਚੱਲਦਾ, ਉਹਨਾਂ ਲਈ ਮੜੀਆਂ ਵੱਖਰੀਆਂ, ਗੁਰਦੁਆਰੇ ਵੱਖਰੇ। ਫਿਰ ਅਸੀਂ ਕਹਿੰਦੇ ਜੀ ਫਲਾਣੇ ਨੇ ਬੜਾ ਨੁਕਸਾਨ ਕੀਤਾ। ਕੋਈ ਸਾਡਾ ਨੁਕਸਾਨ ਨਹੀਂ ਕਰ ਸਕਦਾ, ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹਾਂ ਔਰ ਮਾਰਿਆ। ਜਦੋਂ ਅਸੀਂ ਕਹਿੰਦੇ ਜੀ ਅਸੀਂ ਜੱਟਾਂ, ਇਹ ਫਲਾਣੇ ਨੇ, ਇਹ ਫਲਾਣੇ ਨੇ, ਇਹ ਰਾਮਗੜੀਏ ਨੇ, ਰਵਿਦਾਸੀਏ ਨੇ, ਇਹ ਸਾਡੀ ਬਹੁਤ ਵੱਡੀ ਭੁੱਲ ਹੈ। ਔਰ ਇਸ ਸਮਾਜ ਨੂੰ ਇੱਦਾਂ ਹੀ ਚਲਾਕ ਜਿਹੜੇ ਧਾਰਮਿਕ ਤੇ ਪੋਲੀਟੀਸ਼ਨ ਨੇ ਇੱਦਾਂ ਹੀ ਵੰਡ ਕੇ ਰੱਖਣਾ ਚਾਹੁੰਦੇ ਨੇ। ਵੰਡੀਆਂ ਪਈਆਂ ਰਹਿਣ, ਇਹਨਾਂ ਨੂੰ ਸਮੇਂ-ਸਮੇਂ ਤੇ ਅਸੀਂ ਕੈਸ ਕਰਦੇ ਰਹੀਏ। ਤੇ ਕਿਉਂਕਿ ਅਸੀਂ ਬਹੁਤ ਸਿਆਣੇ ਨਹੀਂ ਹਾਂ, ਅਸੀਂ ਉਹਨਾਂ ਵੰਡੀਆਂ ਦੇ ਵਿੱਚ ਪੈ ਕੇ ਬਰਾਦਰੀਆਂ 'ਚ ਵੰਡੇ ਗਏ, ਭਾਈਚਾਰਿਆਂ 'ਚ ਵੰਡੇ ਗਏ, ਪਾਰਟੀਆਂ 'ਚ ਵੰਡੇ ਗਏ, ਧੜਿਆਂ 'ਚ ਵੰਡੇ ਗਏ, ਇਲਾਕਿਆਂ 'ਚ ਵੰਡੇ ਗਏ, ਪੱਤੀਆਂ 'ਚ ਵੰਡੇ ਗਏ, ਪਤਾ ਨਹੀਂ ਕਿੰਨੀਆਂ ਕੁ ਵੰਡੀਆਂ ਅਸੀਂ ਪਾ ਬੈਠੇ ਹਾਂ। ਇਹ ਸਾਡੀ ਮੰਦਭਾਗਤ ਹੈ। ਇਹਨੂੰ ਕਹਿੰਦੇ ਦੀਵੇ ਥੱਲੇ ਹਨੇਰਾ। ਹਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੁੰਦਾ ਹੈ, ਗੁਰਦੁਆਰੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪ੍ਰਗਾਸ ਹੁੰਦਾ ਹੈ। ਉਹ ਪਵਿੱਤਰ ਬਾਣੀ 'ਚ ਅਸੀਂ ਅਕਸਰ ਇਹ ਬਚਨ ਸੁਣਦੇ ਹਾਂ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਇੱਕ ਨੂਰ ਤੋਂ ਹੀ ਆਪਾਂ ਬਣੇ ਤੇ ਕੌਣ ਜੱਟ ਹੈ, ਕੌਣ ਮਝੀ ਹੈ, ਕੌਣ ਰਵਿਦਾਸੀ ਹੈ? ਇੱਥੇ ਤਾਂ ਕੋਈ ਨਹੀਂ, ਸਾਰੇ ਬਰਾਬਰ ਹੀ ਆਪਾਂ। ਇੱਥੇ ਤੇ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਭਰਮਾਂ 'ਚ ਸਾਨੂੰ ਪੈਣਾ ਹੀ ਨਹੀਂ ਚਾਹੀਦਾ, ਲੇਕਿਨ ਜੇ ਪਏ ਤੇ ਇਹਨੂੰ ਕਹਿੰਦੇ ਆਪਾਂ ਦੀਵੇ ਥੱਲੇ ਹਨੇਰਾ, ਇੱਥੇ ਤੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ। ਦੀਵੇ ਬੜੇ ਜਗਾਏ ਨੇ ਅਸੀਂ, ਪਰ ਹਨੇਰਾ ਥਾਂ ਥਾਂ ਤੇ ਹੈ। ਉਹ ਹਨੇਰੇ ਕਰਕੇ ਇਹ ਮਨਮਤ ਦੇ ਅੱਡੇ ਕਾਇਮ ਹੋਏ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਰਾਬਰ ਆਪਣੇ ਕੋਲ ਬਿਠਾ ਕੇ ਪ੍ਰਸ਼ਾਦ ਪਾਣੀ ਛਕਾਉਂਦੇ ਹਨ। ਸਿੱਖਿਆਨ ਮੈਂ ਸਤਿਗੁਰ ਸੁਬਤ ਬੈਠੇ ਤਿਸ ਕਾਲਾ। ਸਤਿਗੁਰੂ ਜੀ ਸਾਰੀ ਸਿੱਖ ਸੰਗਤ ਵਿੱਚ ਆਪ ਆ ਕੇ ਬੈਠਦੇ ਨੇ ਤੇ ਪ੍ਰਸ਼ਾਦਾ ਛਕਦੇ ਹਨ। ਮੁਨਨ ਮੁਨਹਿ ਮੈਂ ਬਨ ਬਿਖੈ ਰਗਬੀਰ ਕਿਰਪਾਲਾ। ਕਹਿੰਦੇ ਨੇ ਕਿ ਰਾਮਚੰਦਰ ਜੀ ਜੰਗਲ 'ਚ ਗਏ ਸਨ, ਉਹ ਰਿਸ਼ੀਆਂ ਮੁਨੀਆਂ 'ਚ ਬੈਠਦੇ ਸਨ, ਜ਼ਰੂਰ ਬੈਠਦੇ ਹੋਣਗੇ, ਲੇਕਿਨ ਗੁਰੂ ਅਮਰਦਾਸ ਜੀ ਤਾਂ ਹਮੇਸ਼ਾ ਹੀ ਸਾਰੇ ਲੋਕਾਂ 'ਚ ਬੈਠਦੇ ਨੇ, ਸਾਰਿਆਂ ਨੂੰ ਮਾਣ ਦਿੰਦੇ ਹਨ। ਲਵਨ ਬਿਨਾ ਹੋਏ ਉਗਰਾ ਸਤਿਗੁਰ ਸੋ ਖਾਵੇ। ਹੁਣ ਸਤਿਗੁਰੂ ਜੀ ਦੀ ਖੁਰਾਕ ਕੀ ਹੈ? ਉਹ ਸਿਰਫ ਉਗਰਾ ਦਲੀਆ ਛਕਦੇ ਨੇ, ਉਹ ਵੀ ਲੂਣ ਤੋਂ ਬਿਨਾ, ਫਿੱਕਾ ਜਿਹਾ, ਹੋਰ ਜ਼ਿਆਦਾ ਉਹ ਭੋਜਨ ਨਹੀਂ ਛਕਦੇ। ਅਲਪ ਅਚੇ ਰਹਿ ਛੁਦਾ ਜੁਤ ਨੈ ਉਦਰ ਪਰਾਵੇ। ਬਹੁਤ ਘੱਟ ਭੋਜਨ ਆਪ ਜੀ ਛਕਦੇ ਨੇ, ਬਹੁਤਾ ਐਵੇਂ ਕਹਿ ਲੋ ਰੱਜ ਕੇ ਨਹੀਂ ਛਕਦੇ। ਅਪਰ ਸਰਬ ਹੀ ਸੰਗਤਾ ਬੋ ਸਵਾਦ ਆਹਾਰ। ਲੇਕਿਨ ਬਾਕੀ ਸੰਗਤ ਲਈ ਬਹੁਤ ਵਧੀਆ ਭੋਜਨ ਬਣਦਾ ਹੈ। ਗੁਰੂ ਕੀ ਪਵਿੱਤਰ ਬਾਣੀ ਪੜ੍ਹੀਏ, ਭਾਈ ਸੱਤਾ ਜੀ ਬਲਵੰਡ ਜੀ ਗੁਰੂ ਕੇ ਰਬਾਬੀ ਹੋਏ ਨੇ, ਉਹਨਾਂ ਨੇ ਸਤਿਗੁਰੂ ਜੀ ਦੀ ਕੀਰਤੀ ਕਰਦਿਆਂ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੀ ਗੱਲ ਕੀਤੀ। ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕੀ ਆਲੀ, ਨੇਤਰ ਸੋਈ ਤੇਰੀ ਹੈ, ਘਿਓ ਮੈਦਾ ਖਾਣ। ਬੜੇ ਬੜੇ ਸੋਹਣੇ ਪਕਵਾਨ ਗੁਰੂ ਕੇ ਲੰਗਰ 'ਚ ਬਣਦੇ ਸਨ, ਸੰਗਤਾਂ ਛਕਦੀਆਂ ਸਨ। ਭਾਂਤ ਭਾਂਤ ਕੇ ਅਚਤ ਹੈ ਸੁਖ ਲਹਿਤੀ ਉਧਾਰਾ। ਲੋਕੀ ਤਰ੍ਹਾਂ ਤਰ੍ਹਾਂ ਦੇ ਭੋਜਨ ਜੋ ਗੁਰੂ ਕੇ ਲੰਗਰ 'ਚ ਬਣਦੇ ਨੇ, ਉਹਨੂੰ ਛਕ ਕੇ ਆਨੰਦ ਮਾਣਦੇ ਹਨ। ਇੱਕ ਪੰਕਤ ਅਚਰ ਕਰ ਉਠੈ ਭੇਦਨ ਜਹ ਦੁਆ। ਜਦੋਂ ਇੱਕ ਪੰਗਤ ਛਕ ਲੈਂਦੀ ਹੈ, ਫਿਰ ਦੂਸਰੀ ਸੰਗਤ ਬੈਠ ਜਾਂਦੀ ਹੈ। ਆਪ ਆਪਣੇ ਥਾਨ ਮੈਂ ਪੁਨ ਪਹੁੰਚ ਹੁਆ। ਫਿਰ ਆਪੋ ਆਪਣੇ ਸਥਾਨਾਂ ਤੇ ਸਾਰੇ ਚਲੇ ਜਾਂਦੇ ਹਨ। ਦਿਨ ਕੇ ਚੌਥੇ ਭਾਗ ਮੈਂ ਪੁਨ ਬੈਠੇ ਸੁਆਮੀ। ਜਦੋਂ ਤ੍ਰਿਕਾਲਾਂ ਦਾ ਵੇਲਾ ਹੁੰਦਾ ਹੈ, ਸਤਿਗੁਰੂ ਜੀ ਫਿਰ ਦੀਵਾਨ ਸਥਾਨ ਤੇ ਆ ਕੇ ਬੈਠਦੇ ਹਨ। ਇੱਕ ਪੰਡਿਤ ਕੀ ਪ੍ਰੀਤ ਲੈ ਗੁਰ ਅੰਤਰ ਜਾਮੀ। ਸਤਿਗੁਰੂ ਜੀ ਦੇ ਕੋਲ ਸਾਰੇ ਹੀ ਵਰਗਾਂ ਦੇ ਲੋਕ ਆਉਂਦੇ ਨੇ, ਪੰਡਿਤ ਵੀ ਆਉਂਦੇ ਨੇ, ਮੌਲਵੀ ਵੀ ਆਉਂਦੇ ਨੇ, ਜੋਗੀ ਵੀ ਆਉਂਦੇ ਨੇ। ਗੁਰੂ ਸਾਹਿਬ ਜੀ ਗੁਰਮਤਿ ਦ੍ਰਿੜ ਕਰਾ ਰਹੇ ਨੇ। ਹੁਣ ਸਤਿਗੁਰੂ ਜੀ ਦੀ ਵਡਿਆਈ ਇਹ ਹੈ ਕਿ ਗੁਰਸਿੱਖ ਜੋ ਸੁਣਦੇ ਨੇ ਉਹਨੂੰ ਕਿੰਨਾ ਕੁ ਮੰਨਦੇ ਨੇ, ਕਿੰਨਾ ਕੁ ਉਹਦੇ ਤੇ ਚੱਲਦੇ ਨੇ, ਇਹ ਪਰਖਦੇ ਵੀ ਰਹਿੰਦੇ ਸਨ। ਗੁਰੂ ਅਰਜਨ ਸਾਹਿਬ ਜੀ ਵੇਲੇ, ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਇਹੋ ਜਿਹੀਆਂ ਕਈ ਘਟਨਾਵਾਂ ਹੁੰਦੀਆਂ ਨੇ। ਜਦੋਂ ਕੋਈ ਪੰਡਤ ਕਹਿੰਦਾ ਜੀ ਮੈਂ ਵੀ ਕਥਾ ਸੁਣਾਉਣੀ, ਸਤਿਗੁਰੂ ਜੀ ਨੇ ਸੁਣਾ ਲੈ ਤੂੰ ਵੀ ਗੱਲ, ਲੇਕਿਨ ਗੁਰਸਿੱਖ ਉਹ ਸੁਣ ਕੇ ਫਿਰ ਜਦੋਂ ਨਿਰਣਾ ਕਰਦੇ ਕਿ ਗੁਰਮਤਿ ਕੀ, ਸਾਨੂੰ ਦੂਜੇ ਗ੍ਰੰਥ ਵੀ ਪੜ੍ਹਨੇ ਚਾਹੀਦੇ ਨੇ, ਦੂਜੇ ਮਤਾਂ ਨੂੰ ਵੀ ਸੁਣਨਾ ਚਾਹੀਦਾ, ਸਾਨੂੰ ਤਾਂ ਹੀ ਪਤਾ ਲੱਗੇ ਕਿ ਸਾਡੀ ਮਹਾਨਤਾ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕੀ ਹੈ, ਗੁਰਮਤਿ ਦੀ ਵਡਿਆਈ ਕੀ ਹੈ। ਸੋ ਇੱਕ ਪੰਡਤ ਜੀ ਆ ਕੇ ਕਥਾ ਸੁਣਾਉਂਦੇ ਹਨ। ਜਿਸ ਕੈ ਮਨ ਮੈਂ ਕਾਮਨਾ ਮੈਂ ਕਥਾ ਸੁਣਾਵਾਂ। ਉਹਦੇ ਮਨ ਦੀ ਰੀਸ ਸੀ ਕਿ ਮੈਂ ਵੀ ਕੋਈ ਗੱਲਬਾਤ ਸੁਣਾਵਾਂ। ਭਰੋ ਕਲਾ ਮੈਂ ਆਪਨੋ ਸਤਿਗੁਰੂ ਰਿਜਾਵੋ। ਮੈਂ ਜੋ ਮੇਰੀ ਵਿਦਵਤਾ ਹੈ ਨਾ, ਆਪਣੀ ਵਿਦਵਤਾ ਦੇ ਰਾਹੀਂ ਮੈਂ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਵਾਂ। ਇਸ ਕੇ ਉਰ ਕੀ ਜਾਣ ਕੇ ਗੁਰ ਕਥਾ ਕਰਾਈ। ਸਤਿਗੁਰੂ ਜੀ ਨੇ ਉਹਦੀ ਇਹ ਇੱਛਾ ਦੇਖੀ ਤੇ ਉਹਨੂੰ ਵੀ ਇੱਕ ਦਿਨ ਮੌਕਾ ਦੇ ਦਿੱਤਾ ਕਥਾ ਦਾ। ਵਿੱਚ ਕੇਸੋ ਗੋਪਾਲ ਕੇ ਵਿਦਿਆ ਨਿਪੁਨਾਈ। ਇਹਦਾ ਨਾਮ ਕਵੀ ਜੀ ਕੇਸੋ ਗੋਪਾਲ ਪੰਡਿਤ ਦੱਸਦੇ ਹਨ। ਆਵੇ ਚੌਥੇ ਜਾਮ ਦਿਨ ਇਤਿਹਾਸ ਪ੍ਰਕਾਸ਼ ਹੈ। ਇਹ ਚੌਥੇ ਪੈਰ ਆਉਂਦਾ ਹੈ ਤੇ ਉਦੋਂ ਇਹ ਆਪਣੀ ਗੱਲਬਾਤ ਸੁਣਾਉਂਦਾ ਹੈ। ਸੁਨੈ ਸਤਿਗੁਰ ਬੈਠ ਕਰ ਸੰਗਤ ਇੱਕ ਪਾਸੈ। ਗੁਰੂ ਕੀ ਸੰਗਤ ਬੈਠਦੀ ਹੈ, ਸਤਿਗੁਰੂ ਜੀ ਬੈਠ ਜਾਂਦੇ ਹਨ। ਬਹੁਰ ਰਬਾਬੀ ਆਏ ਕਰ ਗੁਰ ਸ਼ਬਦ ਸੁਨਾਵੇ। ਫਿਰ ਰਬਾਬੀ ਕੀਰਤਨੀਏ ਗੁਰੂ ਕੇ ਆ ਜਾਂਦੇ, ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ। ਰਾਗ ਰਾਗ ਨੇ ਤੁਨ ਸਹਿਤ ਸੁੰਦਰ ਬਿਦ ਗਾਵੇ। ਗੁਰੂ ਕੇ ਕੀਰਤਨੀਏ ਰਾਗਾਂ 'ਚ ਜੋ ਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ 19 ਰਾਗਾਂ ਵਿੱਚ ਬਾਣੀ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਲੋਕ ਨੇ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿੱਚ ਬਾਣੀ ਬਖਸ਼ਿਸ਼ ਕੀਤੀ ਹੈ। ਹੁਣ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਅਜੇ ਹੈ ਨਹੀਂ ਹੈ, ਕਿਉਂਕਿ ਜੇ ਗੁਰਤਾ ਗੱਦੀ ਤੇ ਉਹ ਬੈਠੇ ਨੇ। ਇਹ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ
ਰਾਗਾਂ 'ਚ ਗਾਇਨ ਕਰਦੇ ਹਨ। ਕਥਾ ਕੀਰਤਨ ਕਰਤ ਹੀ ਨਿਸ ਜਮ ਬਿਤਾਵੇ। ਇਸ ਤਰੀਕੇ ਦੇ ਨਾਲ ਇੱਕ ਪਹਿਰ ਰਾਤ ਤੱਕ ਇਹ ਦੀਵਾਨ ਸਜਦਾ ਹੈ, ਇਹ ਐਵੇਂ ਸਮਾਂ ਬਤੀਤ ਹੋ ਜਾਂਦਾ ਹੈ। ਸਿਮਰਨ ਹੋਏ ਸਤਨਾਮ ਕੋ ਇੱਕ ਚਿਤ ਲਿਵ ਲਾਵੇ। ਸਾਰੇ ਇੱਕ ਚਿੱਤ ਇਕਾਗਰ ਹੋ ਕੇ ਪਰਮਾਤਮਾ ਦੇ ਪਿਆਰ 'ਚ ਜੁੜਦੇ ਹਨ। ਉਨ ਸੁਪਤਨ ਹਿਤ ਸੇਜ ਪਰ ਸਤਿਗੁਰ ਬਿਰਾਜੈ। ਫਿਰ ਸਤਿਗੁਰੂ ਜੀ ਵੀ ਤੇ ਸਿੱਖ ਸੰਗਤਾਂ ਵੀ ਆਪੋ ਆਪਣੇ ਸਥਾਨ ਤੇ ਜਿੱਥੇ ਬਿਰਾਜਮਾਨ ਹੋਣਾ ਚਲੇ ਜਾਂਦੇ ਹਨ। ਇਸ ਬਿਦ ਕੋ ਵਿਵਹਾਰ ਨਿਤ ਜਿਨ ਪਿਖ ਅਗ ਪਾਜੈ। ਉਹ ਸਤਿਗੁਰੂ ਜੀ ਜਿਨ੍ਹਾਂ ਦੇ ਦੀਦਾਰ ਕੀਤਿਆਂ ਦੁੱਖ ਦਰਿਦਰ ਭੱਜ ਜਾਂਦੇ ਨੇ, ਉਹ ਇਸ ਤਰ੍ਹਾਂ ਆਪਣਾ ਦਿਨ ਬਤੀਤ ਕਰਦੇ ਹਨ। ਅਪਰ ਨੇਮ ਐਸੋ ਕਰਿਓ ਸ੍ਰੀ ਅਮਰ ਸੁਜਾਨਾ। ਬਾਕੀ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਪਣਾ ਨੇਮ ਬਣਾਇਆ ਹੈ। ਸੇਤ ਬਸਤਰ ਤਨ ਪਰ ਤਰੈ ਨਿਤ ਬਿਮਲ ਮਹਾਨਾ। ਸਤਿਗੁਰੂ ਜੀ ਚਿੱਟੇ ਰੰਗ ਦੇ ਬਸਤਰ ਹਮੇਸ਼ਾ ਆਪਣੇ ਸਰੀਰ ਤੇ ਧਾਰਨ ਕਰਦੇ ਹਨ। ਅਪਰ ਬਸਤਰ ਨੈ ਟਿੰਗ ਰਖੈ ਜਬ ਦੂਸਰ ਲੋਈ। ਹਾਂ, ਸਤਿਗੁਰੂ ਜੀ ਇੱਕੋ ਹੀ ਬਹੁਤੇ ਬਸਤਰ ਕੋਲ ਨਹੀਂ ਰੱਖਦੇ, ਜ਼ਿਆਦਾ ਬਸਤਰ ਨੇੜੇ ਨਹੀਂ ਰੱਖਦੇ। ऊपर ऊपर होए जो किस रंग के देई। ਔਰ ਜੋ ਅੱਜ ਪਹਿਨਿਆ ਹੈ, ਕਿਉਂਕਿ ਗੁਰੂ ਕੀ ਸੰਗਤਾਂ ਬੇਅੰਤ ਬਸਤਰ ਲਿਆਉਂਦੀਆਂ ਨੇ, ਉਹ ਬਸਤਰ ਵਾਧੂ ਨਹੀਂ ਰੱਖਦੇ, ਜੋ ਜ਼ਿਆਦਾ ਹੁੰਦੇ ਉਹ ਲੋਕਾਂ 'ਚ ਵੰਡ ਦਿੰਦੇ ਹਨ। ਦੁਤੀਏ ਰਹਿਨ ਸਦਨ ਮੈਂ ਐਸੇ ਕਹਿ ਦੀਨਾ। ਇਸ ਤਰ੍ਹਾਂ ਕਹਿਤਾ ਕਿ ਇਹ ਜੋ ਬਸਤਰ ਪਹਿਨੇ ਹੈ, ਉਸ ਤੋਂ ਬਿਨਾਂ ਹੋਰ ਬਸਤਰ ਮੇਰੇ ਕੋਲ ਨੇੜੇ ਨਹੀਂ ਰਹਿਣਾ ਚਾਹੀਦਾ ਘਰ ਵਿੱਚ। ਖੈਬੈ ਹੇਤ ਜੋ ਅਨ ਹੋਏ ਨਿਤ ਆਏ ਨਵੀਨਾ। ਤੇ ਜੋ ਲੰਗਰ ਦੇ ਵਿੱਚ ਰਸਤਾਂ ਬਸਤਾਂ ਆਉਂਦੀਆਂ ਨੇ, ਉਹ ਵੀ ਰੋਜ਼ ਨਵੀਆਂ ਹੀ ਆਉਂਦੀਆਂ ਨੇ। ਜੋ ਅੱਜ ਆ ਗਿਆ ਉਹਨੂੰ ਪਕਾ ਦੇਣਾ, ਉਹਨੂੰ ਵਰਤਾ ਦੇਣਾ। ਜੋ ਸੰਗਤ ਵਿੱਚ ਵਰਤ ਗਿਆ ਉਦੋਂ ਬਾਅਦ ਨਗਰ ਦੇ ਵਿੱਚ ਵਰਤਾ ਦੇਣਾ। ਸੋ ਭਾਈ ਸਾਹਿਬ ਜੀ ਦੱਸ ਰਹੇ ਹਨ, ਜਿਤਕ ਦੇਗ ਮੈਂ ਲਗੈ ਤਬ ਸੋ ਸਰਬ ਪਕਾਵੇ। ਜਿੰਨਾ ਕੋ ਲੰਗਰ ਵਿੱਚ ਲੱਗ ਜਾਏ ਉਹ ਤੇ ਪਕਾ ਦਿੱਤਾ ਜਾਂਦਾ ਹੈ। ਸਿੱਖ ਸੰਗਤ ਗਨ ਰੰਕ ਜੇ ਮਨ ਪਾਵਤ ਖਾਵੇ। ਹੋਰ ਜੇ ਕੋਈ ਲੋੜਵੰਦ ਆਉਂਦਾ ਹੈ, ਗਰੀਬ ਗੁਰਬਾ ਆਉਂਦਾ ਹੈ, ਉਹਨੂੰ ਝੋਲੀਆਂ ਭਰ ਭਰ ਕੇ ਸਭ ਕੋ ਦੇ ਦਿੱਤਾ ਜਾਂਦਾ ਹੈ। ਬਚੈ ਸੇਕ ਸੋ ਨਹਿ ਰਖੇ ਦੇਵੇ ਕਿਸ ਤਾਈ। ਜੋ ਬਚਦਾ ਹੈ ਸਤਿਗੁਰੂ ਜੀ ਲੰਗਰ 'ਚ ਨਹੀਂ ਰੱਖਦੇ, ਉਹਨੂੰ ਦੇ ਦਿੰਦੇ ਹਨ। ਕਿਦੋ ਪੁਰੀ ਮੈਂ ਪਸ਼ੂ ਗਨ ਤਿਨ ਸਕਲ ਖੁਲਾਈ। ਜਾਂ ਨਗਰ ਦੇ ਵਿੱਚ ਕੋਈ ਪਸ਼ੂ ਹੁੰਦੇ ਨੇ, ਉਹਨਾਂ ਨੂੰ ਖਵਾ ਦਿੱਤਾ ਜਾਂਦਾ ਹੈ ਬਚਿਆ ਭੋਜਨ। ਅਗਲੇ ਦਿਨ ਹਿਤ ਨਹਿ ਰਹੇ ਇੱਕ ਮਨੁਜ ਆਹਾਰਾ। ਸਤਿਗੁਰੂ ਜੀ ਨੇ ਕਿਹਾ ਕਿ ਇੱਕ ਵੀ ਪ੍ਰਾਣੀ ਦਾ ਜਿਹੜਾ ਭੋਜਨ ਹੈ ਉਹ ਰਾਤ ਵਾਲਾ ਅਗਲੇ ਦਿਨ ਲਈ ਨਹੀਂ ਰਹਿਣਾ ਚਾਹੀਦਾ, ਪਰ ਰਾਤ ਦਾ ਰਾਤ ਨੂੰ ਹੀ ਮੁੱਕ ਜਾਣਾ ਚਾਹੀਦਾ ਹੈ। ਆਏ ਵਹਿਰ ਤੇ ਦੇਗ ਹੋਏ ਮਨੇਮ ਸੁਧਾਰਾ। ਇਸ ਤਰ੍ਹਾਂ ਦਾ ਨੇਮ ਸੀ ਕਿ ਕੱਲ ਨੂੰ ਹੋਰ ਆ ਜਾਏਗਾ, ਪ੍ਰਮਾਤਮਾ ਭੇਜ ਦੇਵੇਗਾ। ਅੱਜ ਵਾਲਾ ਜੋ ਰਾਸ਼ਨ ਹੈ, ਜੋ ਰਸਤਾਂ ਬਸਤਾਂ, ਉਹ ਸਾਰੀਆਂ ਖਰਚ ਕਰ ਦਿਓ। ਅਪਰ ਵਸਤ ਗਿਣਤੀ ਕਹਾ ਜਲ ਕਲਸਨ ਮਾਹੀ। ਹੋਰ ਚੀਜ਼ਾਂ ਦੀ ਤੇ ਗੱਲ ਹੀ ਕੀ ਹੈ, ਕੱਪੜਿਆਂ ਦੀ, ਭੋਜਨ ਦੀ। ਉਹ ਜਿਹੜਾ ਘੜਿਆਂ 'ਚ ਪਾਣੀ ਵੀ ਭਰਿਆ ਹੁੰਦਾ ਹੈ ਨਾ, ਉਹ ਪਾਣੀ ਵੀ ਰਾਤ ਨੂੰ ਡੋਲ ਕੇ ਬਰਤਨ ਮੂਧੇ ਕਰਕੇ ਸੌਂਦੇ ਨੇ ਕਿ ਸਵੇਰੇ ਫਿਰ ਤਾਜ਼ਾ ਪਾਣੀ ਆ ਜਾਵੇਗਾ। ਸਭ ਗਿਰਾਏ ਛੂਛੇ ਤਰੇ ਰਾਖੇ ਕੁਛ ਨਹੀਂ। ਸਤਿਗੁਰੂ ਜੀ ਕੁਝ ਵੀ ਨਹੀਂ ਰੱਖਦੇ, ਸਭ ਬਰਤਨ ਜਿਹੜੇ ਨੇ ਉਹਨਾਂ ਨੂੰ ਖਾਲੀ ਕਰ ਦਿੰਦੇ ਹਨ। ਜਿਮ ਬਿਹੰਗ ਦਰਵੇਸ਼ ਹਵੇਂ ਸੰਚੈ ਨਾ ਕਰੇ। ਜਿਵੇਂ ਪੰਛੀ ਹੁੰਦੇ ਨੇ, ਪੰਛੀ ਕੋਈ ਰਾਤ ਨੂੰ ਘੜੇ ਭਰ ਕੇ ਸੌਂਦੇ ਨੇ, ਜਾਂ ਕੋਈ ਸਟੋਰ ਕਰਕੇ ਰੱਖਦੇ ਨੇ ਕਿ ਸਵੇਰੇ ਉੱਠ ਕੇ ਖਾਣਾ। ਜੋ ਮਿਲ ਗਿਆ ਖਾ ਲਿਆ, ਰਾਤ ਬਤੀਤ ਕੀਤੀ, ਸਵੇਰੇ ਕੁਦਰਤ ਉਹਨਾਂ ਲਈ ਫਿਰ ਨਵਾਂ ਪੈਦਾ ਕਰ ਦਿੰਦੀ ਹੈ। ਇਸ ਤਰ੍ਹਾਂ ਦੀ ਜ਼ਿੰਦਗੀ ਸਤਿਗੁਰੂ ਜੀ ਬਤੀਤ ਕਰਦੇ ਹਨ। ਨਿਤ ਨਵੀਨ ਲੈ ਕਰ ਅਚੈ ਈਸਰ ਤਿਨ ਦੇ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਕੋਲ ਨਿਤ ਨਵੀਆਂ ਰਸਤਾਂ ਆ ਜਾਂਦੀਆਂ ਹਨ। ਕਰ ਮੈਂ ਰਹੇ ਨਾ ਅੰਨ ਤਨ ਨੇ ਬਸਤਰ ਬਦੀਕਾ। ਕੋਈ ਬਸਤਰ, ਕੋਈ ਧਨ, ਕੋਈ ਅੰਨ ਘਰ ਦੇ ਵਿੱਚ ਸਤਿਗੁਰੂ ਜੀ ਰਹਿਣ ਨਹੀਂ ਦਿੰਦੇ ਵਾਧੂ, ਉਹ ਸਭ ਵਰਤਾ ਦਿੰਦੇ ਹਨ। ਕਰਿਓ ਨੇਮ ਸ੍ਰੀ ਸਤਿਗੁਰ ਐਸੀ ਬਿਦ ਨਿਕਾ। ਇਸ ਤਰ੍ਹਾਂ ਦਾ ਨੇਮ ਸਤਿਗੁਰੂ ਜੀ ਨੇ ਬਣਾਇਆ ਹੋਇਆ ਹੈ। ਵਾਹਿਗੁਰੂ ਸਿੱਖ ਮੁਖ ਜਪੈ ਜਬ ਮਿਲੈ ਸੁਦੋਈ। ਜਦੋਂ ਗੁਰਸਿੱਖ ਮਿਲਦੇ ਨੇ ਸਤ ਕਰਤਾਰ ਕਰਕੇ ਇੱਕ ਦੂਜੇ ਨੂੰ ਮਿਲਦੇ ਹਨ। ਪੈਰੀ ਪਵਨਾ ਸਤਿਗੁਰੂ ਆਪਸ ਮੈਂ ਹੋਈ। ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕਿ ਪੈਰੀ ਪਵਣਾ ਜਗ ਵਰਤਾਇਆ,
ਨਿਮਰਤਾ ਦੇ ਨਾਲ ਅਗਲੇ ਨੂੰ ਨਮਸਕਾਰ ਕਰਨੀ। ਇਸ ਤਰ੍ਹਾਂ ਗੁਰਸਿੱਖ ਮਿਲਦੇ ਹਨ। ਜੁਤ ਸਨੇ ਸਿਮਰਨ ਕਰੇ ਗੁਰ ਦਰਸ਼ਨ ਪਾਵੇ। ਮਿਲਦੇ ਨੇ ਪਿਆਰ ਨਾਲ, ਪਰਮਾਤਮਾ ਨੂੰ ਚੇਤੇ ਕਰਦੇ ਨੇ, ਗੁਰੂ ਕੇ ਦੀਦਾਰ ਕਰਦੇ ਹਨ ਸਿੱਖ। ਨਿਤ ਰੀਤ ਗੁਰ ਸਦਨ ਕੀ ਪਿਖ ਜਗਤ ਰਿਸਾਵੇ। ਇਹ ਜਿਹੜੀ ਗੁਰੂ ਘਰ ਦੀ ਰੀਤ ਹੈ ਨਾ, ਇਹ ਇੱਕ ਨਵੀਂ ਰੀਤ ਹੈ। ਸਤਿਗੁਰੂ ਜੀ ਨੇ ਜੋ ਇੱਕ ਮਕਸਦ ਸੀ ਸਤਿਗੁਰੂ ਜੀ ਦਾ, ਉਹ ਸੀ ਇੱਕ ਆਦਰਸ਼ਕ ਸਮਾਜ ਸਿਰਜਣਾ। ਆਦਰਸ਼ਕ ਸਮਾਜ ਲਈ ਆਦਰਸ਼ਕ ਮਨੁੱਖ ਹੋਣੇ ਚਾਹੀਦੇ ਨੇ। ਮਨੁੱਖ ਦਾ ਜੀਵਨ ਜਿਹੋ ਜਿਹਾ ਹੋਏਗਾ ਉਹ ਜਿਹੇ ਅੱਗੇ ਸਮਾਜ ਬਣੇਗਾ। ਮਨੁੱਖਾਂ ਨਾਲ ਸਮਾਜ ਬਣਦਾ ਹੈ। ਇਸ ਕਰਕੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਬੋਲ ਚਾਲ ਦਾ ਕਲਚਰ, ਰਹਿਣ ਬਹਿਣ ਦਾ ਕਲਚਰ, ਖਾਣ ਪੀਣ ਦਾ ਜੋ ਸੱਭਿਆਚਾਰ ਇਹੋ ਜਿਹਾ ਦਿੱਤਾ, ਜਿਹਨੂੰ ਦੇਖ ਕੇ ਦੁਨੀਆ ਜਿਹੜੀ ਹੈ ਨਾ ਤੰਗ ਬੜੀ ਸੀ। ਕਿਉਂਕਿ ਜਿਸ ਮੁਲਕ ਦੇ ਅੰਦਰ ਜਾਤ ਪਾਤ ਦੇ ਨਾਂ 'ਤੇ ਲੜਾਈਆਂ ਝਗੜੇ, ਲੁੱਟ ਖੋਹ, ਈਰਖਾ ਦਵੈਕ, ਉਹਨਾਂ ਲੋਕਾਂ ਨੂੰ ਇਹ ਗੱਲਾਂ ਕਿਤੇ ਚੰਗੀਆਂ ਲੱਗਦੀਆਂ ਨੇ। ਹੁਣ ਵੀ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਨੂੰ। ਤਾਂ ਉਹ ਤਾਂ ਚਾਹੁੰਦੇ ਨੇ ਕਿ ਉਹੀ ਠੀਕ ਹੈ, ਊਚ ਨੀਚ ਦਾ ਕੰਮ ਜਿਹੜਾ ਹੈ। ਇਸ ਕਰਕੇ ਇਹ ਗੱਲਾਂ ਦੇਖ ਕੇ ਨਾ ਸਤਿਗੁਰੂ ਜੀ ਵੱਲ ਤੇ ਲੋਕੀ ਬੜੇ ਦੁਖੀ ਹੁੰਦੇ ਨੇ। ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਘਟਨਾ ਹੈਗੀ ਅੱਗੇ ਚੱਲ ਕੇ, ਜਦੋਂ ਇਹੋ ਜੀ ਸੋਚ ਵਾਲਿਆਂ ਨੇ ਸਤਿਗੁਰੂ ਜੀ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ। ਕਿਸੇ ਤੇ ਲੋਕਾਂ ਨੂੰ ਇਕੱਠੇ ਬਿਠਾਈ ਜਾਂਦੇ ਨੇ। ਵਰਣ ਵੰਡ ਇਹਨਾਂ ਨੇ ਖਤਮ ਕਰ ਦਿੱਤਾ ਹੈ। ਜਾਤ ਪਾਤ ਇਹਨਾਂ ਨੇ ਮੇਟ ਹੀ ਦਿੱਤੀ ਹੈ। ਉਹ ਲੋਕੀ ਬੜੇ ਦੁਖੀ ਹੁੰਦੇ ਹਨ। ਨਿੰਦਰੇ ਖਲ ਬਿੰਦੈ ਨਹੀਂ ਇਹ ਜਗ ਨਿਰਬਾਨਾ। ਉਹ ਲੋਕੀ ਗੁਰੂ ਕੀ ਨਿੰਦਾ ਕਰਦੇ ਨੇ। ਖਲ ਦਾ ਅਰਥ ਹੁੰਦਾ ਮੂਰਖੋ। ਨਾ ਮੂਰਖਾਂ ਨੂੰ ਪਤਾ ਨਹੀਂ ਹੈ ਕਿ ਇਹ ਮੱਗ ਨਿਰਬਾਨਾ, ਇਹ ਤੇ ਇੱਕ ਬੜਾ ਨਿਰਮਲ ਮਾਰਗ ਹੈ। ਕਲ ਮਹਿ ਭਗਤ ਸੋ ਮੁਕਤ ਦਾ ਧਰਮ ਨ ਕੋ ਆਨਾ। ਇਸ ਜਗਤ ਦੇ ਵਿੱਚ ਜੋ ਭਗਤ ਤੇ ਮੁਕਤ ਦਾ ਮਾਰਗ ਹੈ ਨਾ, ਉਹ ਗੁਰਮਤਿ ਵਰਗਾ ਕੋਈ ਨਹੀਂ ਹੈ। ਦੇਖੋ ਸਤਿਗੁਰੂ ਜੀ ਨੇ ਜਦੋਂ ਅਸੀਂ ਦੁਨੀਆ ਦੇ ਵਿੱਚ ਨਜ਼ਰ ਮਾਰਦੇ ਆ ਨਾ, ਕੁਝ ਲੋਕੀ ਸੰਸਾਰ ਨਾਲ ਹੀ ਜੁੜ ਗਏ, ਸੰਸਾਰ ਤੱਕ ਸੀਮਤ ਹੋ ਗਏ, ਸੰਸਾਰਕ ਤੌਰ ਤੇ ਉਹਨਾਂ ਬਹੁਤ ਪ੍ਰਾਪਤੀਆਂ ਕੀਤੀਆਂ, ਲੇਕਿਨ ਅਧਿਆਤਮਿਕ ਪੱਖ ਤੋਂ ਕੋਰੇ ਰਹਿ ਗਏ। ਕੁਝ ਲੋਕੀ ਧਰਮ ਦੇ ਨਾਲ ਜੁੜੇ ਤੇ ਉਹ ਸੰਸਾਰ ਤੋਂ ਕੋਰੇ ਰਹਿ ਗਏ, ਦੁਨੀਆ ਤੋਂ ਭੱਜ ਗਏ। ਕੁਝ ਧਰਮ ਨਾਲ ਜੁੜ ਕੇ ਸਰੀਰ ਵੱਲੋਂ ਵੀ ਅਵੇਸਲੇ ਹੋ ਗਏ। ਸਰੀਰ ਦੀ ਅਣਦੇਖੀ, ਜਿਵੇਂ ਆਪਾਂ ਦੇਖਦੇ ਭੁੱਖੇ ਰਹਿਣਾ, ਨੰਗੇ ਪੈਰੀਂ ਤੁਰੇ ਰਹਿਣਾ, ਠੰਡ 'ਚ ਬੈਠੇ ਰਹਿਣਾ, ਧੂਣੀਆਂ ਤਾਈ ਜਾਣੀਆਂ, ਸਿਰ ਤੇ ਸੁਆਹ ਮਲੀ ਜਾਣੀ, ਬਹੁਤ ਕੁਝ ਕਰਦੇ ਨੇ ਧਰਮ ਦੀ ਦੁਨੀਆ 'ਚ ਲੋਕ। ਲੇਕਿਨ ਗੁਰਮਤਿ ਨੇ ਇੱਕ ਬੜਾ ਪਿਆਰਾ ਮਾਰਗ, ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਾਜਿਕ ਤੌਰ ਤੇ, ਸਰੀਰਕ ਤੌਰ ਤੇ, ਆਤਮਿਕ ਤੌਰ ਤੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਲਈ ਪ੍ਰੋਗਰਾਮ ਦਿੱਤਾ। ਸੋ ਇਹੋ ਜਿਹਾ ਮਾਰਗ ਹੋਰ ਕੋਈ ਨਹੀਂ ਸੀ। ਇਸ ਕਰਕੇ ਧੜਾਧੜ ਲੋਕ ਸਿੱਖੀ ਨਾਲ ਜੁੜਦੇ ਨੇ, ਲੇਕਿਨ ਜਿਹੜੇ ਈਰਖਾਲੂ ਲੋਕ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਪੁੰਨ ਸਤ ਗੋਰੇ ਮਨੇਮ ਕੇ ਚੋ ਬਰਨ ਮੰਜਾਰਾ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਨੇਮ ਨਿਭਾ ਰਹੇ ਨੇ, 4 ਵਰਣਾਂ ਦੇ ਜਿਹੜੇ ਲੋਕ ਹਨ। ਆਸ਼ਰਮ ਧਾਰੀ ਹੋਏ ਕੋ ਆਵਹਿ ਦਰਬਾਰਾ। ਸਾਰੇ ਹੀ ਗੁਰੂ ਦਰਬਾਰ ਚਾਹੁੰਦੇ ਨੇ, ਗੁਰੂ ਕੇ ਦੀਦਾਰ ਕਰਦੇ ਨੇ, ਗੁਰੂ ਕੀ ਮਤ ਨੂੰ ਧਾਰਨ ਕਰਦੇ ਹਨ। ਪ੍ਰਥਮ ਦੇਗ ਮਹਿ ਜਾਏ ਕੇ ਭੋਜਨ ਕੋ ਖਾਵੇ। ਸਭ ਤੋਂ ਪਹਿਲਾਂ ਜਿਹੜਾ ਹੁੰਦਾ ਹੈ ਉਹਨੂੰ ਲੰਗਰ ਵਿੱਚ ਜਾ ਕੇ ਭੋਜਨ ਛਕਣਾ ਪੈਂਦਾ ਹੈ। ਪੁੰਨ ਦਰਸ਼ਨ ਗੁਰੂ ਕੋ ਕਰੇ ਚਲ ਕਰ ਟਿੰਗ ਜਾਵੇ। ਫਿਰ ਗੁਰੂ ਕੇ ਦੀਦਾਰ ਕਰਨ ਲਈ ਉਹ ਜਾ ਸਕਦਾ ਹੈ। ਜੋ ਨਹਿ ਅਚੇ ਆਹਾਰ ਕੋ ਸੁਸ ਸੰਜਮਵੰਤਾ। ਕਈ ਇਹੋ ਜਿਹੇ ਵੀ ਆਉਂਦੇ ਨੇ, ਸਾਡੇ 'ਚ ਵੀ ਨੇ। ਹੁਣ ਦੇਖੋ ਨਾ ਗੁਰਮਤਿ ਦਾ ਕਿੰਨਾ ਵਧੀਆ ਮਾਰਗ ਹੈ। ਕਈ ਕਹਿਣਗੇ ਕੜਾਹ ਪ੍ਰਸਾਦ ਹੀ ਨਹੀਂ ਲੈਣਾ ਅਸੀਂ, ਕਈ ਕਹਿਣਗੇ ਜੀ ਇੱਥੇ ਲੰਗਰ ਹੀ ਨਹੀਂ ਛਕਣਾ, ਸੁਸ ਸੰਜਮ ਨਹੀਂ ਹੈ। ਸਾਡੇ 'ਚ ਵੀ ਹੈਗੇ ਨਾ, ਉਹ ਮਤ ਆ ਹੀ ਗਈ ਨਾ ਸਾਡੇ 'ਚ। ਗੁਆਂਢੀਆਂ ਦੀ ਕਹਿੰਦੇ ਸ਼ਕਲ ਨਹੀਂ ਤੇ ਅਕਲ ਤੇ ਆ ਹੀ ਜਾਂਦੀ ਹੈ। ਉਹ ਅਕਲ ਆ ਗਈ ਕਈਆਂ 'ਚ ਕਿ ਅਸੀਂ ਬਹੁਤ ਹੀ ਸੁਸ ਸੰਜਮ ਰੱਖਦੇ ਹਾਂ, ਅਸੀਂ ਕੜਾਹ ਪ੍ਰਸਾਦ ਨਹੀਂ ਲੈਣਾ, ਅਸੀਂ ਇੱਥੋਂ ਲੰਗਰ ਹੀ ਨਹੀਂ ਛਕਣਾ। ਔਰ ਇਹੋ ਜਿਹੇ ਕਈ ਆ ਜਾਂਦੇ ਨੇ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਰਬਾਰ 'ਚ ਨਹੀਂ ਆਉਣ ਦਿੰਦੇ। ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਫਿਰ ਤੁਸੀਂ ਗੁਰੂ ਦਰਬਾਰ 'ਚ ਆ ਸਕਦੇ ਹੋ। ਤਿਸ ਕੋ ਦਰਸ਼ਨ ਹੋਤ ਨੈ ਹਟ ਘਰ ਗਮਨੰਤਾ। ਉਹਨੂੰ ਗੁਰੂ ਕੇ ਦੀਦਾਰ ਨਹੀਂ ਹੁੰਦੇ, ਉਹ ਵਾਪਸ ਚਲਿਆ ਜਾਂਦਾ ਹੈ। ਆਸ਼ਰਮ ਵਰਨ ਜੇ ਭੇਦ ਮੈਂ ਨ ਮਿਲੇ ਹਦੂਰਾ। ਜਿਹੜੇ ਆਸ਼ਰਮ ਜਾਂ ਵਰਨ ਵੰਡ ਜਾਤ ਪਾਤ ਦੇ ਚੱਕਰ 'ਚ ਪੈਣ ਵਾਲੇ ਨੇ, ਉਹ ਗੁਰੂ ਕੇ ਹਜੂਰ ਨਹੀਂ ਜਾ ਸਕਦੇ। ਖਾਵੇ ਕੁਨ ਕਾ ਦੇਗ ਕੋ ਦਰਸੈ ਗੁਰਪੂਰਾ। ਜਿਹੜਾ ਦੇਗ 'ਚੋਂ ਪ੍ਰਸ਼ਾਦ ਲੈਂਦਾ ਉਹ ਗੁਰੂ ਕੇ ਦੀਦਾਰ ਕਰ ਸਕਦਾ। ਇਹ ਸੀ ਸਤਿਗੁਰੂ ਜੀ ਦਾ ਸਮਾਜ ਵਿੱਚ ਇਕਸਾਰਤਾ ਪੈਦਾ ਕਰਨ ਦਾ ਯਤਨ। ਜਿੰਨੇ ਵੀ ਕੰਮ ਸਤਿਗੁਰੂ ਜੀ ਨੇ ਕੀਤੇ, ਉਹ ਸੀ ਸਾਡੇ 'ਚੋਂ ਦੂਰੀਆਂ ਨੂੰ ਖਤਮ ਕਰਨ ਦੇ ਲਈ। ਸੰਗਤ ਵਿੱਚ ਆ ਕੇ ਸਾਰੇ ਮਿਲ ਕੇ ਬੈਠੋ, ਸਾਡੇ 'ਚੋਂ ਉਹ ਮੇਰ ਤਿਰ ਖਤਮ ਹੋਏਗੀ।
ਸਾਡੇ 'ਚ ਆਪਸੀ ਭਾਈਚਾਰਕ ਸਾਂਝ ਵਜੇਗੀ, ਬਰਾਬਰਤਾ ਦੀ ਗੱਲ ਚੱਲੇਗੀ। ਸਰੋਵਰਾਂ 'ਚ ਇਸ਼ਨਾਨ ਕਰਨਾ, ਬੌਲੀ 'ਚ ਇਸ਼ਨਾਨ ਕਰਨਾ, ਇਹ ਨਹੀਂ ਕਿ ਉਹਨਾਂ ਥਾਵਾਂ 'ਤੇ ਇਸ਼ਨਾਨ ਕੀਤਿਆਂ ਸਾਨੂੰ ਕੋਈ ਮੁਕਤੀ ਮਿਲ ਜਾਣੀ ਹੈ। ਮੁਕਤੀ ਤਾਂ ਮਿਲਣੀ ਸੀ, ਆ ਜਿਹੜਾ ਜਾਤ ਪਾਤ ਦਾ ਭਰਮ ਸਾਡੇ ਅੰਦਰ, ਉਹਦੇ 'ਚ ਸਾਰੇ ਇੱਕ ਥਾਂ 'ਤੇ ਇਸ਼ਨਾਨ ਕਰੋ, ਬਰਾਬਰ ਆਪਾਂ ਸਾਰੇ। ਨਹੀਂ ਤੇ ਜਦੋਂ ਦਰਿਆ ਚੱਲਦਾ ਸੀ, ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਸਮਝਦੇ, ਉਹ ਜਿੱਧਰੋਂ ਪਾਣੀ ਆਉਂਦਾ ਸੀ ਉਧਰ ਜਾ ਕੇ ਇਸ਼ਨਾਨ ਕਰਦੇ ਸੀ। ਜੇ ਨੀਵੇਂ ਵਰਗ ਦਾ ਕੋ ਨਹਾ ਕੇ ਉਹ ਪਾਣੀ ਨੂੰ ਭਿੱਟ ਨਾ ਦੇਵੇ, ਉਵੇਂ ਭਾਵੇਂ ਉੱਪਰੋਂ ਕੁੱਤੇ ਪਾਣੀ ਪੀ ਜਾਣ, ਉਹ ਪਾਣੀ ਨਹੀਂ ਪਿਟਿਆ ਜਾਂਦਾ। ਰੱਬ ਦਾ ਬਣਾਇਆ ਬੰਦਾ ਨਹਾ ਲੇ, ਕਹਿੰਦੇ ਪਾਣੀ ਪਿਟਿਆ ਗਿਆ। ਇਸ ਕਰਕੇ ਇਹਨਾਂ ਭਰਮਾਂ ਤੋਂ ਮੁਕਤ ਕਰਨ ਦੇ ਲਈ ਸਤਿਗੁਰੂ ਜੀ ਨੇ ਇਹ ਸਾਰੇ ਕਾਰਜ ਕੀਤੇ ਕਿ ਲੰਗਰ ਪਹਿਲਾਂ ਛਕੋ, ਤੁਹਾਡਾ ਅੰਦਰ ਹੰਕਾਰ ਜਿਹੜਾ ਉਹ ਮਿਟੇ, ਫਿਰ ਗੁਰੂ ਦਰਬਾਰ 'ਚ ਆ ਕੇ ਤੁਸੀਂ ਕੁਝ ਪ੍ਰਾਪਤ ਕਰੋਗੇ। ਗੁਰੂ ਕੋਲ ਆਉਣ ਦਾ ਅਰਥ ਕੋਈ ਗਿਆਨ ਪ੍ਰਾਪਤ ਕਰਨਾ ਹੀ ਹੈ ਨਾ। ਦੇਖੋ ਉਵੇਂ ਮੱਥਾ ਟੇਕਣਾ, ਆ ਕੇ ਚਲੇ ਜਾਣਾ ਮੁਬਾਰਕ ਹੈ, ਪਰ ਆ ਕੇ ਜੇ ਚਲੇ ਗਏ ਲੈ ਕੇ ਕੁਝ ਨਾ ਗਏ ਤਾਂ ਉਹਦਾ ਅਰਥ ਕੀ ਹੋਇਆ। ਤੇ ਜੇ ਗਿਆਨ ਪ੍ਰਾਪਤ ਕਰਨਾ ਹੈ, ਉਹਦੇ ਲਈ ਤੁਹਾਡੇ ਹਿਰਦੇ ਦਾ ਪੱਧਰ ਹੋਣਾ ਚਾਹੀਦਾ, ਸੁਰਤ ਦਾ ਪੱਧਰ ਹੋਣਾ ਚਾਹੀਦਾ ਕਿ ਗਿਆਨ ਤੁਹਾਡੇ ਅੰਦਰ ਟਿਕਦਾ ਵੀ ਹੈ ਕਿ ਨਹੀਂ ਟਿਕਦਾ। ਹੁਣ ਅੰਦਰ ਭਰਿਆ ਹੰਕਾਰ ਕਿ ਮੈਂ ਉੱਚੀ ਜਾਤ ਦਾ ਹਾਂ, ਮੈਂ ਬੜਾ ਸਿਆਣਾ ਹਾਂ, ਤੇ ਫਿਰ ਗੁਰੂ ਕੇ ਦੀਦਾਰ ਕੀਤੇ ਮਿਲੇਗਾ ਕਿ? ਜਿੱਥੇ ਹੰਕਾਰ ਹੈ ਉੱਥੇ ਗੁਰੂ ਕੀ ਮਤ ਨਹੀਂ ਟਿਕੇਗੀ। ਉਸ ਹੰਕਾਰ ਨੂੰ ਤੋੜਨ ਦੇ ਲਈ ਸਤਿਗੁਰੂ ਜੀ ਨੇ ਕੰਮ ਕੀਤਾ ਸੀ ਕਿ ਪਹਿਲਾਂ ਨਿਰਮਾਣ ਹੋ, ਇਸ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕਰ ਦਿਓ। ਨਿਤ ਪ੍ਰਤ ਆਨੇ ਅਨ ਕੋ ਸਿੱਖ ਸੇਵਕ ਜੋਈ। ਗੁਰੂ ਕੇ ਸਿੱਖ ਸੇਵਕ ਨਿਤਾ ਪ੍ਰਤੀ ਗੁਰੂ ਕੇ ਲੰਗਰ ਦੇ ਲਈ ਰਸਤਾਂ ਬਸਤਾਂ ਲੈ ਕੇ ਆਉਂਦੇ ਹਨ। ਹੋਤ ਦੇਗ ਬਿਨ ਤੋਟ ਕੇ ਖਾਵੇ ਸਭ ਕੋਈ। ਲੰਗਰ ਦੇ ਵਿੱਚ ਕਦੀ ਕਮੀ ਨਹੀਂ ਆਉਂਦੀ। ਬੇਅੰਤ ਲੋਕੀ ਛਕਦੇ ਨੇ, ਲੰਗਰ ਚੱਲੀ ਜਾਂਦੇ ਹਨ। ਬਿਤਤ ਭਏ ਸਭ ਦੇਸ ਮੈਂ ਸੁਨ ਸੁਨ ਸਿੱਖ ਆਵੇ। ਸਾਰੇ ਦੇਸ਼ ਵਿੱਚ ਗੁਰੂ ਕੀ ਮਹਿਮਾ ਪ੍ਰਗਟ ਹੋ ਗਈ। ਸੁਣ ਸੁਣ ਕੇ ਗੁਰੂ ਕੇ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋਤੀ ਜੋ ਸਮਾ ਗਏ ਤੇ ਉਹਨਾਂ ਦੇ ਅਸਥਾਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਵਿਰਾਜੇ ਹਨ। ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੇ ਦਰਸਾਵੇ। ਕਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਦੇ ਸਿੱਖ ਬਣੇ ਨੇ, ਉਹ ਵੀ ਗੁਰੂ ਕੇ ਦੀਦਾਰ ਕਰਨ ਲਈ ਆਉਂਦੇ ਹਨ। ਸ੍ਰੀ ਅੰਗਦ ਮਹਿਮਾ ਲਖੇ ਜੇ ਦਰਸ ਕਰਨ ਤੇ। ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਨੂੰ ਜਾਣਿਆ, ਉਹਨਾਂ ਦੇ ਦਰਸ਼ਨ ਕੀਤੇ ਹਨ। ਸਭ ਆਵੈ ਸ੍ਰੀ ਅਮਰ ਟਿੰਗ ਨਿਤ ਥਾਨ ਲਖਨ ਤੇ। ਸਾਰੇ ਸਤਿਗੁਰੂ ਜੀ ਦੇ ਕੋਲ ਆਉਂਦੇ ਨੇ ਤੇ ਗੁਰੂ ਕੇ ਦੀਦਾਰ ਕਰਕੇ ਗੁਰੂ ਕੀਆਂ ਰਹਿਮਤਾਂ ਪ੍ਰਾਪਤ ਕਰਦੇ, ਔਰ ਇਹ ਵੀ ਦੱਸਦੇ ਕਿ ਅਸੀਂ ਕਿਸ ਇਲਾਕੇ ਤੋਂ ਆਏ ਹਾਂ। ਤਰੇ ਕਾਮਨਾ ਉਰ ਬਿਖੈ ਬਿਨ ਕਹਿ ਸੁ ਪਾਵੇ। ਗੁਰੂ ਕੇ ਦੀਦਾਰ ਕਰਕੇ ਬਿਨਾਂ ਕਹੇ ਤੇ ਉਹਨਾਂ ਨੂੰ ਮਿਲਦਾ। ਪੱਟਾਂ ਨੇ ਗੁਰੂ ਕੀ ਕੀਰਤੀ ਕਰਦੇ ਇੱਕ ਬਚਨ ਲਿਖਿਆ ਹੈ, ਚਿਤ ਚਿਤੂ ਅਰਦਾਸ ਕਰੋ ਪਰ ਕਹਿ ਵੀ ਨਾ ਸਕੂੰ, ਸਰਬ ਚਿੰਤੁ ਪਾਸ ਸਾਧ ਸੰਗਤ ਹੋਂ ਤੱਕੂ। ਮਹਾਰਾਜ ਜੀ ਕਰਦਾ ਕਿ ਤੁਹਾਡੇ ਕੋਲ ਅਰਦਾਸ ਕਰਾਂ ਪਰ ਕਹਿ ਨਹੀਂ ਸਕਦਾ, ਕਿਉਂਕਿ ਮੈਂ ਦੇਖਦਾ ਤੁਹਾਨੂੰ ਤੇ ਪਹਿਲਾਂ ਹੀ ਬੜੀ ਚਿੰਤਾ ਹੈ ਲੋਕਾਂ ਦੀ, ਤੁਸੀਂ ਤੇ ਪਹਿਲਾਂ ਸਾਡੀਆਂ ਗੱਲਾਂ ਨੂੰ ਜਾਣਦੇ ਹੋ। ਇਸ ਕਰਕੇ ਸਤਿਗੁਰੂ ਜੀ ਦੇ ਦਰ ਤੇ ਆ ਕੇ ਲੋਕਾਂ ਨੂੰ ਮੰਗਣਾ ਨਹੀਂ ਪੈਂਦਾ, ਆਪਣੇ ਆਪ ਕਾਮਨਾ ਪੂਰਨ ਹੁੰਦੀਆਂ ਹਨ। ਜੋ ਅਰਪਤ ਹੈ ਆਨ ਕਰ ਬਹੁ ਬਿਨੈ ਅਲਾਵੇ। ਇਸ ਕਰਕੇ ਜੋ ਕੁਝ ਵੀ ਆ ਕੇ ਅਰਪਣ ਕਰਦੇ ਨੇ, ਬੇਨਤੀਆਂ ਕਰਦੇ ਹਨ ਗੁਰੂ ਹਜ਼ੂਰ। ਇੱਕ ਦਿਵਸ ਕੇ ਖਰਚ ਕੋ ਲੈਵੇ ਤਿੰਨ ਪਾਸੇ। ਜੋ ਗੁਰੂ ਕੇ ਸਿੱਖ ਭੇਟਾਵਾਂ ਲੈ ਕੇ ਆਉਂਦੇ ਨੇ, ਸਤਿਗੁਰੂ ਜੀ ਸਿਰਫ ਇੱਕ ਦਿਨ ਦਾ ਹੀ ਖਰਚ ਲੈਂਦੇ ਨੇ, ਜ਼ਿਆਦਾ ਨਹੀਂ। ਇਹ ਨਹੀਂ ਵੀ ਜਿੰਨਾ ਕੋ ਮਰਜ਼ੀ ਦੇ ਗਿਆ ਤੇ ਚਲਿਆ ਗਿਆ। ਜਿੰਨੀ ਲੋੜ ਹੈ ਉਨੀਆਂ ਕੋ ਰਸਤਾਂ ਸਤਿਗੁਰੂ ਜੀ ਰੱਖਦੇ ਨੇ, ਉਹਨਾਂ ਕੋ ਪੈਸਾ ਸਤਿਗੁਰੂ ਜੀ ਰੱਖਦੇ, ਬਾਕੀ ਮੋੜ ਦਿੰਦੇ ਹਨ। ਔਰ ਹਟਾਏ ਸੋ ਦੇਤ ਤਿੰਨ ਨਹਿ ਰੱਖੇ ਆਵਾਸੇ। ਸਤਿਗੁਰੂ ਜੀ ਵਾਧੂ ਕੋਈ ਵੀ ਚੀਜ਼ ਜਿਹੜੀ ਹੈ ਉਹ ਘਰ 'ਚ ਰੱਖਦੇ ਨਹੀਂ ਹਨ। ਵਿਦੈ ਹੈ ਦਿਨ ਪ੍ਰਤ ਅਧਿਕ ਕੀ ਨਿਤ ਭਗਤ ਪ੍ਰਕਾਸ਼ੇ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦੀ ਕੀਰਤੀ ਵੱਧਦੀ ਜਾਂਦੀ ਹੈ, ਸਤਿਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰ ਰਹੇ ਹਨ। ਅਜ ਮਤ ਜੁਤ ਕੇ ਤਿਕ ਪਏ ਲੈ ਸਿੱਧ ਸੋ ਪਾਸੇ। ਕਈ ਸਿੱਖ ਗੁਰੂ ਕੇ ਮਾਰਗ ਤੇ ਚੱਲ ਕੇ ਅਜਮਤਵਾਨ, ਇਵੇਂ ਕਹਿ ਲੋ ਉੱਚੀ ਕਰਨੀ ਵਾਲੇ ਬਣ ਗਏ। ਸੇਵਹਿ ਗੁਰ ਪਗ ਕਮਲ ਕੋ ਕਰ ਪ੍ਰੀਤ ਵਿਸਾਲਾ। ਗੁਰੂ ਕੇ ਚਰਨ ਕਮਲਾਂ ਦੀ ਸੇਵਾ ਬੜੇ ਪਿਆਰ ਨਾਲ ਗੁਰਸਿੱਖ ਕਰਦੇ ਹਨ। ਸਿਮਰਨ ਹੋਏ ਸਤਨਾਮ ਕੋ ਦਿਨ ਰਹਿਨ ਸੁਖਾਲਾ। ਦਿਨ ਰਾਤ ਪਰਮਾਤਮਾ ਦੇ ਸਿਮਰਨ ਦੀ ਗੱਲ ਚੱਲਦੀ ਹੈ, ਔਰ ਇਵੇਂ ਗੁਰਸਿੱਖ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਜੀਵਨ ਨੂੰ ਸੁਖੀ ਬਣਾਉਂਦੇ ਹਨ। ਬਸੇ ਪੁਰੀ ਮੈਂ ਆਨ ਕੇ ਬੋਕੀਨ ਨਿਕੇਤਾ। ਬਹੁਤ ਸਾਰੇ ਲੋਕੀ ਗੋਇੰਦਵਾਲ ਚ ਆ ਕੇ ਵਸ ਰਹੇ ਨੇ, ਨਵੇਂ ਘਰ ਬਣਦੇ ਜਾ ਰਹੇ ਹਨ। ਕੇਤਿਕ
ਭਈ ਦੁਕਾਨ ਤੈ ਬਹੁ ਬਣਜ ਸਮੇਤਾ। ਕਈ ਦੁਕਾਨਦਾਰ ਆ ਗਏ, ਆਪੋ ਆਪਣੇ ਕਾਰੋਬਾਰ ਸ਼ੁਰੂ ਕਰਤੇ, ਵਣਜ ਵਿਹਾਰ ਸ਼ੁਰੂ ਕਰ ਦਿੱਤੇ। ਸਭ ਹੀਨ ਕੀ ਗੁਜ਼ਾਰਨ ਹੋਏ ਥੁਰ ਰਹੇ ਨ ਕੋਈ। ਜਿਹੜਾ ਵੀ ਇੱਥੇ ਆ ਕੇ ਆਪਣਾ ਕੋਈ ਕਿਰਤ ਸ਼ੁਰੂ ਕਰਦਾ ਹੈ, ਕਾਰੋਬਾਰ ਸ਼ੁਰੂ ਕਰਦਾ ਹੈ, ਉਹਨੂੰ ਘਾਟ ਨਹੀਂ ਰਹਿੰਦੀ, ਕਿਉਂਕਿ ਇੰਨੀਆਂ ਸੰਗਤਾਂ ਬਾਹਰੋਂ ਚੱਲ ਕੇ ਆਉਂਦੀਆਂ ਨੇ, ਇਸ ਕਰਕੇ ਉਹਨਾਂ ਦੇ ਕਾਰੋਬਾਰ ਚੱਲ ਜਾਂਦੇ ਹਨ। ਬਿਨਾ ਰੋਗ ਸੁਖ ਭੋਗ ਜੁਤ ਬਸ ਬਹੁਤਿਨ ਹੋਈ। ਔਰ ਬਿਨਾ ਗੋਇੰਦਵਾਲ ਵਿੱਚ ਰਹਿਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਨਾ ਖਾਣ ਪੀਣ ਦੀ, ਨਾ ਉਵੇਂ ਕੋਈ ਪਰੇਸ਼ਾਨੀ। ਬੜੇ ਸੁੱਖ ਦੇ ਨਾਲ ਉਹ ਗੋਇੰਦਵਾਲ ਦੀ ਧਰਤੀ ਤੇ ਰਹਿ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ ਨੂੰ ਜਿਵੇਂ ਹੋਰ ਵਿਸਥਾਰ ਕਰ ਰਹੇ ਨੇ, ਨਵੇਂ ਘਰ ਬਣਾ ਰਹੇ ਨੇ। ਨਵੇਂ ਘਰਾਂ ਲਈ ਜਿਵੇਂ ਸਤਿਗੁਰੂ ਜੀ ਹੋਰ ਪਹਾੜ ਚੋਂ ਲੱਕੜੀ ਆਦਿਕ ਮੰਗਾਉਣਗੇ, ਇਹ ਸਾਰੀ ਵਾਰਤਾ